इंडोनेशिया बहुत सख्त आ। इंडोनेशिया ने उत्थे मिलिटरी जिहड़ी आ उहनूं लाया इस काम दे लई डिप्लॉय कीता कि वो मास्क ते सोशल डिस्टेंसिंग दा जिहड़ा प्रोटोकॉल आ इहनूं लागू करन दे लई मिलिटरी दी मदद लई। जिथे किते इहदे बारे दो रावां चल रही, जिवें साडे कैनेडा दे विच कहा गया, साडे जिहड़े पब्लिक हैल्थ ऑफिसर ने डॉक्टर थ्रेसर टैम उन्होंने ये गल कही सी कि जिथे तुसीं 2 मीटर का फासला नहीं रख सकते उत्थे तुसीं जिहड़ा आ इहनूं मास्क नूं पा लो। पर यह कोई कानून नहीं है, ये कोई ज़रूरी नहीं है, ये कोई मैंडेटरी नहीं है। पर इंडोनेशिया दे विच ये चीज़ां जरूरी ने और उत्थे मिलिटरी ये चीज़ इनफोर्स कर रही है कि तुसीं मास्क पाओगे, तुसीं 2 मीटर एक दूजे तो दूर रहोगे। फिलीपीन के प्रेजिडेंट ने गल कही आ, असी नियाणिਆਂ ਨੂੰ स्कूल नहीं भेजना, मतलब असी कोई भी स्कूल जिहड़ा खोलांगे नहीं अंटल देयर द वैक्सीन। सो वैक्सीन तो पहले उन्होंने कह दिता कि असी नहीं खोलते, साल लग जाता, 1.5 साल लग जाता, की हुंदा कि पढ़ाई बहुत जरूरी है, पढ़ाई का नुकसान नहीं किया जा सकता, पर जाना वो तो भी ज़्यादा जरूरी नहीं। सो दुनिया के ਵੱਖ-ਵੱਖ हिस्सों के ਵੱਖ-ਵੱਖ तरह के रिस्पॉन्स ने इस कोविड-19 ਨੂੰ। फिलीपीन ने कह दिता कि नहीं, जिन्ना चिर ਇਹਦੀ वैक्सीन नहीं आती असी लॉकडाउन नहीं खोल रहे। अमेरिका ਨੂੰ सब तो वध हिट किया, 1 ਲੱਖ ਤੇ ਜਿਹੜੀਆਂ मौतां तक उन्हों का अंकड़ा पहुँचा। बहुत बुरी तरह प्रभावित होया अमेरिका। बहुत सारिया थावां दे उत्ते कई तब्दीलियां आईयां। रोड एक्सीडेंट्स दे विच कमी आई, चोरियां दे विच कमी आई, होर जिहड़े क्राइम सीगे ਉਹਦੇ ਵਿੱਚ कई ਥਾਵਾਂ ਦੇ ਉੱਤੇ ਰੇਟ ਜਿਹੜਾ ਬਿਲਕੁਲ ਥੱਲੇ ਡਿੱਗ ਪਿਆ। ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰਦੇ ਸੀ, ਨਸ਼ੇ ਦੀ ਜਿਹੜੀ ਚੇਨ ਸੀ ਉਹ ਟੁੱਟੀ, ਲੋਕਾਂ ਨੇ ਠੀਕਰੀ ਪਹਿਰੇ ਲਾਏ ਪਿੰਡਾਂ ਦੇ ਵਿੱਚ। ਅਮਰੀਕਾ ਦੇ ਵਿੱਚ ਖਾਸ ਕਰਕੇ ਨਿਊਯਾਰਕ ਵਰਗੇ ਸ਼ਹਿਰਾਂ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਵੀ ਬਹੁਤ ਕੁਛ ਇੱਦਾਂ ਦਾ ਹੋਇਆ, ਕਿਉਂਕਿ ਲੋਕ ਕੰਮਾਂ 'ਤੇ ਨਹੀਂ ਜਾ ਰਹੇ, ਕਾਰਾਂ ਬਾਹਰ ਅਨਅਟੈਂਡੈਂਟ ਲੰਬੇ ਸਮੇਂ ਦੇ ਲਈ ਖੜੀਆਂ ਰਹਿੰਦੀਆਂ ਨੇ। ਉਹ ਕਾਰਾਂ ਨੂੰ ਤੋੜ ਕੇ ਅੰਦਰੋਂ ਸਮਾਨ ਚੱਕਣ ਦੀਆਂ ਘਟਨਾਵਾਂ ਵਿੱਚ ਬਹੁਤ ਵੱਡਾ ਵਾਧਾ ਹੋਇਆ। ਅੱਜ ਸਾਊਥ ਕੋਰੀਆ ਦੇ ਵਿੱਚ ਉਹਨਾਂ ਨੇ ਜਿਹੜੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਆ, ਉਹਨਾਂ ਦਾ ਇੱਕ ਸਾਡੇ ਸਾਹਮਣੇ ਕੁਝ ਤਸਵੀਰਾਂ ਆਈਆਂ ਨੇ ਕਿ ਉਹ ਸਕੂਲ ਕਿੱਦਾਂ ਖੁੱਲ੍ਹ ਰਹੇ ਆ। ਦੋਸਤੋ, ਉਹਨਾਂ ਨੇ ਕਾਫੀ ਜਿਹੜੀ ਆ ਮਹੀਨੇ ਪਹਿਲਾਂ ਬੰਦ ਕੀਤੇ ਸੀ ਸਕੂਲ, ਉਹਦੇ ਤੋਂ ਬਾਅਦ ਹੁਣ ਜਦੋਂ ਉਹਨਾਂ ਨੇ ਸਕੂਲ ਖੋਲ੍ਹੇ ਆ, ਉਹਨਾਂ ਨੇ ਪਲਾਸਟਿਕ ਦੀਆਂ ਸ਼ੀਟਸ ਲਾਈਆਂ ਆ। ਬੱਚਿਆਂ ਨੂੰ ਇੱਕ ਦੂਜੇ ਤੋਂ ਵੱਖ ਕਰਨ ਦੇ ਲਈ ਪਲਾਸਟਿਕ ਦੀਆਂ ਜਿਹੜੀਆਂ ਸ਼ੀਟਸ ਨੇ ਉਹਨਾਂ ਨੂੰ ਲਾ ਕੇ ਬੱਚਿਆਂ ਨੂੰ ਬਿਠਾਇਆ ਗਿਆ। ਸਕੂਲ ਤੋਂ ਬਾਹਰ ਜਿਹੜਾ 2 ਮੀਟਰ ਦਾ ਡਿਸਟੈਂਸ ਆ ਉਹ ਰੱਖਿਆ ਜਾਂਦਾ। ਉਸ ਤਰੀਕੇ ਦੇ ਨਾਲ ਹੀ ਬੱਚੇ ਕਲਾਸ ਦੇ ਵਿੱਚ ਆ ਰਹੇ ਆ। ਇੱਕ ਕੱਲਾ ਉਹਦਾ ਸੈਪਰੇਟ ਸੈਕਸ਼ਨ ਬੱਚੇ ਦਾ ਔਰ ਉਹਦੇ ਆਲੇ ਦੁਆਲੇ ਗਲਾਸ ਜਾਂ ਪਲਾਸਟਿਕ ਦੀ ਇੱਕ ਸ਼ੀਟ ਲੱਗੀ ਹੈ ਜਿਹੜੀ ਬਾਕੀਆਂ ਤੋਂ ਸੈਪਰੇਟ ਕਰਦੀ ਹੈ, ਤਾਂ ਕਿ ਫਿਜ਼ੀਕਲੀ ਉਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਾਸਕ ਵੀ ਜ਼ਰੂਰੀ ਨੇ। ਇਸਲਾਮ ਧਰਮ ਨੂੰ ਮੰਨਣ ਵਾਲੇ ਉਹਦੇ ਪੈਰੋਕਾਰ ਇਕੱਠੇ ਹੋਏ, ਉਹਨਾਂ ਨੇ ਉੱਥੇ ਇਕੱਠੇ ਹੋ ਕੇ ਜਿਹੜਾ ਪਵਿੱਤਰ ਮਹੀਨਾ ਉਹਨਾਂ ਦਾ ਰਮਾਦਾਨ, ਉਹਦੇ ਤੋਂ ਬਾਅਦ ਆ ਸੰਡੇ ਨੂੰ ਉੱਥੇ ਉਹਨਾਂ ਨੇ ਨਮਾਜ਼ ਅਦਾ ਕੀਤੀ। ਆਈਕਿਆ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਤੁਹਾਡਾ ਪਾਰਕਿੰਗ ਲੋਟ ਚਾਹੀਦਾ, ਇੱਥੇ ਅਸੀਂ ਆਪਣੀ ਜਿਹੜੀ ਰਿਲੀਜੀਅਸ ਸੈਰਾਮਨੀ ਉਹ ਕਰਨਾ ਚਾਹੁੰਦੇ ਹਾਂ, ਬਹੁਤ ਜ਼ਰੂਰੀ ਹੈ। ਉਹ ਇਸ ਗੱਲ ਦੇ ਉੱਤੇ ਮੰਨ ਗਏ। ਇਹ ਇੱਕ ਨਵੇਂ ਤਰੀਕੇ ਨੇ, ਨਵੇਂ ਦੌਰ ਦੀਆਂ ਨਵੀਆਂ ਗੱਲਾਂ ਨੇ। ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਪਾਰਕਿੰਗ ਲੋਟ ਲੈ ਕੇ ਉੱਥੇ ਨਮਾਜ਼ ਅਦਾ ਕਰਨੀ ਪਏਗੀ ਸਿਰਫ 800 ਲੋਕਾਂ ਨੂੰ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਕੁਝ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ, ਉਹਦੇ ਤੋਂ ਬਾਅਦ ਕੋਵਿਡ-19 ਬਾਰੇ ਤੇ ਹੋਰ ਸਾਡੇ ਸਿਹਤ ਸੰਬੰਧੀ ਮਸਲਿਆਂ ਬਾਰੇ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਗੱਲਬਾਤ ਲੈ ਕੇ। ਅੱਜ ਅਸੀਂ ਖਾਸ ਗੱਲਬਾਤ ਕਰਨੀ ਹੈ ਉਹਨਾਂ ਨਾਲ ਕੁਝ ਮਸਲਿਆਂ ਦੇ ਉੱਤੇ। ਇਹ ਤੋਂ ਪਹਿਲਾਂ ਕਿ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਗੱਲਬਾਤ ਕਰੀਏ, ਕੁਝ ਦੇਸ਼ ਦੁਨੀਆ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ। 200 ਪ੍ਰਮੁੱਖ ਖਬਰਾਂ ਕੋਵਿਡ-19 ਦੇ ਆਲੇ ਦੁਆਲੇ ਅਜੇ ਵੀ ਘੁੰਮ ਰਹੀਆਂ ਨੇ। ਲੋਕ ਆਸ ਕਰ ਰਹੇ ਨੇ ਕਿਉਂਕਿ ਪਹਿਲੀ ਵਾਰ ਲੋਕਾਂ ਨੇ ਸਾਰਾ ਕੁਝ ਦੇਖਿਆ, ਹਰ ਇੱਕ ਦੇ ਨਾਲ ਪਹਿਲੀ ਵਾਰ ਇਹ ਵਾਪਰਿਆ। ਲੋਕ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੌਲੀ ਹੌਲੀ ਓਪਨਿੰਗ ਹੋਣੀ ਹੈ, ਖੁੱਲ੍ਹਣਾ ਕਿੱਦਾਂ ਆ। ਖਾਸ ਤੌਰ 'ਤੇ ਸਕੂਲਾਂ ਦੇ ਬਾਰੇ ਸਾਡੇ ਕੋਲ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਮਾਡਲ ਸਾਡੇ ਸਾਹਮਣੇ ਆਉਂਦੇ ਆ ਕਿ ਫਲਾਣੇ ਦੇਸ਼ ਦੇ ਵਿੱਚ ਫਲਾਣੇ ਸਮੇਂ ਦੇ ਉੱਤੇ ਕੀ ਹੋਇਆ, ਅੱਜ ਉੱਥੇ ਕੀ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਸਾਊਥ ਕੋਰੀਆ ਦੇ ਵਿੱਚ ਉਹਨਾਂ ਨੇ ਜਿਹੜੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਆ, ਉਹਨਾਂ ਦਾ ਇੱਕ ਸਾਡੇ ਸਾਹਮਣੇ ਕੁਝ ਤਸਵੀਰਾਂ ਆਈਆਂ ਨੇ ਕਿ ਉਹ ਸਕੂਲ ਕਿੱਦਾਂ ਖੁੱਲ੍ਹ ਰਹੇ ਆ। ਦੋਸਤੋ, ਉਹਨਾਂ ਨੇ ਕਾਫੀ ਜਿਹੜੀ ਆ ਮਹੀਨੇ ਪਹਿਲਾਂ ਬੰਦ ਕੀਤੇ ਸੀ ਸਕੂਲ, ਉਹਦੇ ਤੋਂ ਬਾਅਦ ਹੁਣ ਜਦੋਂ ਉਹਨਾਂ ਨੇ ਸਕੂਲ ਖੋਲ੍ਹੇ ਆ, ਉਹਨਾਂ ਨੇ ਪਲਾਸਟਿਕ ਦੀਆਂ ਸ਼ੀਟਸ ਲਾਈਆਂ ਆ।
ਬੱਚਿਆਂ ਨੂੰ ਇੱਕ ਦੂਜੇ ਤੋਂ ਵੱਖ ਕਰਨ ਦੇ ਲਈ ਪਲਾਸਟਿਕ ਦੀਆਂ ਜਿਹੜੀਆਂ ਸ਼ੀਟਸ ਨੇ ਉਹਨਾਂ ਨੂੰ ਲਾ ਕੇ ਬੱਚਿਆਂ ਨੂੰ ਬਿਠਾਇਆ ਗਿਆ। ਸਕੂਲ ਤੋਂ ਬਾਹਰ ਜਿਹੜਾ 2 ਮੀਟਰ ਦਾ ਡਿਸਟੈਂਸ ਆ ਉਹ ਰੱਖਿਆ ਜਾਂਦਾ। ਉਸ ਤਰੀਕੇ ਦੇ ਨਾਲ ਹੀ ਬੱਚੇ ਕਲਾਸ ਦੇ ਵਿੱਚ ਆ ਰਹੇ ਆ, ਕਲਾਸ ਦੇ ਵਿੱਚ ਬੈਠ ਰਹੇ ਆ, ਉਸੇ ਤਰ੍ਹਾਂ ਉਹ ਆਪਣਾ ਖਾਣਾ ਖਾ ਰਹੇ ਆ। ਇਹ ਇੱਕ ਬਹੁਤ ਵੱਡੀ ਸਾਡੇ ਸਾਹਮਣੇ ਉਦਾਹਰਨ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਬਾਕੀ ਸਕੂਲਾਂ ਦੇ ਵਿੱਚ, ਬਾਕੀ ਦੇਸ਼ਾਂ ਦੇ ਵਿੱਚ ਆ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਹੋ ਸਕਦੀਆਂ। ਇੱਕ ਕੱਲਾ ਉਹਦਾ ਸੈਪਰੇਟ ਸੈਕਸ਼ਨ ਬੱਚੇ ਦਾ ਔਰ ਉਹਦੇ ਆਲੇ ਦੁਆਲੇ ਗਲਾਸ ਜਾਂ ਪਲਾਸਟਿਕ ਦੀ ਇੱਕ ਸ਼ੀਟ ਲੱਗੀ ਹੈ ਜਿਹੜੀ ਬਾਕੀਆਂ ਤੋਂ ਸੈਪਰੇਟ ਕਰਦੀ ਹੈ ਤਾਂ ਕਿ ਫਿਜ਼ੀਕਲੀ ਉਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਾਸਕ ਵੀ ਜ਼ਰੂਰੀ ਨੇ, ਬਹੁਤ ਕੁਛ ਹੋਰ ਵੀ ਜ਼ਰੂਰੀ ਆ, ਪਰ ਬਿਲਕੁਲ ਐਵੇਂ ਜਿਸ ਤਰ੍ਹਾਂ ਤੁਸੀਂ ਹੁਣ ਸਟੋਰਸ ਦੇ ਉੱਤੇ ਜਾ ਰਹੇ ਹੋ, ਬੈਂਕਾਂ ਦੇ ਵਿੱਚ ਜਾ ਰਹੇ ਹੋ, ਜਿਸ ਤਰ੍ਹਾਂ ਦੀ ਸ਼ੀਟ ਉਹਨਾਂ ਨੇ ਆਪਣੇ ਸਾਹਮਣੇ ਲਾਈ ਹੈ ਇਹਦੇ ਫੈਲਾਅ ਤੋਂ ਰੋਕਣ ਦੇ ਲਈ, ਉਸੇ ਤਰੀਕੇ ਦੇ ਨਾਲ ਸਾਊਥ ਕੋਰੀਆ ਦੇ ਸਕੂਲਾਂ ਦੇ ਵਿੱਚ ਸਿੱਧੀਆਂ ਇਹ ਸ਼ੀਟਸ ਲਾ ਦਿੱਤੀਆਂ ਗਈਆਂ ਤਾਂ ਕਿ ਬੱਚਿਆਂ ਨੂੰ ਇੱਕ ਦੂਜੇ ਤੋਂ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਇਹ ਖਬਰ ਦੱਸਣ ਦਾ ਇੱਕ ਕਾਰਨ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਵੀ ਇਹ ਹਾਲਾਤ ਬਣ ਸਕਦੇ ਆ ਕਿ ਜਿਸ ਤਰ੍ਹਾਂ ਪਾਰਸ਼ਲੀ ਓਪਨਿੰਗ ਸ਼ੁਰੂ ਹੋ ਜਾਣੀ ਆ, ਪਰ ਜੇਕਰ ਇਹਦੀ ਸੈਕੰਡ ਵੇਵ ਆ ਜਾਂਦੀ ਆ ਜਾਂ ਕੋਵਿਡ-19 ਦਾ ਇਸ ਤਰ੍ਹਾਂ ਦਾ ਕੋਈ ਦੌਰ ਸਾਨੂੰ ਦੇਖਣ ਨੂੰ ਮਿਲਦਾ, ਇਹ ਤਰੀਕਾ ਕੈਨੇਡਾ ਦੇ ਵਿੱਚ ਵੀ ਵਰਤਿਆ ਜਾ ਸਕਦਾ। ਸਕੂਲਾਂ ਨੂੰ ਇਕੱਲਾ ਪ੍ਰਭਾਵਿਤ ਨਹੀਂ ਕੀਤਾ, ਇਹਨੇ ਸਾਰੀ ਦੁਨੀਆ ਦੇ ਵੱਖ-ਵੱਖ ਰੀਤੀ ਰਿਵਾਜਾਂ ਨੂੰ ਵੀ ਪ੍ਰਭਾਵਿਤ ਕਰਕੇ ਰੱਖ ਦਿੱਤਾ। ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਹੁਣ ਈਦ ਜਿਹੜਾ ਬਹੁਤ ਵੱਡਾ ਤਿਉਹਾਰ ਸੀ ਰਮਾਦਾਨ ਦੇ ਮਹੀਨੇ ਦੇ ਵਿੱਚ, ਉਹਦੇ ਲਈ ਗੈਦਰਿੰਗ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਜਿਹੜਾ ਵਿਸਾਖੀ ਦਾ ਪੁਰਬ ਹੁੰਦਾ ਜਾਂ ਬਾਕੀ ਜਿਹੜੇ ਤਿਉਹਾਰ ਹੁੰਦੇ ਆ, ਉਸੇ ਤਰ੍ਹਾਂ ਈਦ ਦਾ ਤਿਉਹਾਰ, ਈਦ ਦੇ ਤਿਉਹਾਰ ਦੇ ਵਿੱਚ ਉਹ ਗਲੇ ਮਿਲਦੇ ਨੇ, ਨਹੀਂ ਮਿਲ ਸਕੇ, ਪਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਨਾਂ ਨੇ ਈਦ ਦਾ ਤਿਉਹਾਰ ਸੋਸ਼ਲ ਡਿਸਟੈਂਸਿੰਗ ਦੇ ਨਾਲ ਮਨਾਇਆ। ਔਰ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਤੁਸੀਂ ਤਸਵੀਰ ਮੇਰੇ ਪਿੱਛੇ ਦੇਖ ਰਹੇ ਹੋ, ਜਰਮਨੀ ਦੇ ਵਿੱਚ ਇੱਕ ਆਈਕਿਆ ਸਟੋਰ ਦੀ ਪਾਰਕਿੰਗ ਦੇ ਵਿੱਚ 800 ਦੇ ਕਰੀਬ ਇਸਲਾਮ ਧਰਮ ਨੂੰ ਮੰਨਣ ਵਾਲੇ ਉਹਦੇ ਪੈਰੋਕਾਰ ਇਕੱਠੇ ਹੋਏ। ਉਹਨਾਂ ਨੇ ਉੱਥੇ ਇਕੱਠੇ ਹੋ ਕੇ ਜਿਹੜਾ ਪਵਿੱਤਰ ਮਹੀਨਾ ਉਹਨਾਂ ਦਾ ਰਮਾਦਾਨ, ਉਹਦੇ ਤੋਂ ਬਾਅਦ ਆ ਸੰਡੇ ਨੂੰ ਉੱਥੇ ਉਹਨਾਂ ਨੇ ਨਮਾਜ਼ ਅਦਾ ਕੀਤੀ। ਆਈਕਿਆ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਤੁਹਾਡਾ ਪਾਰਕਿੰਗ ਲੋਟ ਚਾਹੀਦਾ, ਇੱਥੇ ਅਸੀਂ ਆਪਣੀ ਜਿਹੜੀ ਰਿਲੀਜੀਅਸ ਸੈਰਾਮਨੀ ਉਹ ਕਰਨਾ ਚਾਹੁੰਦੇ ਹਾਂ, ਬਹੁਤ ਜ਼ਰੂਰੀ ਹੈ। ਉਹ ਇਸ ਗੱਲ ਦੇ ਉੱਤੇ ਮੰਨ ਗਏ। ਇਹ ਇੱਕ ਨਵੇਂ ਤਰੀਕੇ ਨੇ, ਨਵੇਂ ਦੌਰ ਦੀਆਂ ਨਵੀਆਂ ਗੱਲਾਂ ਨੇ। ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਪਾਰਕਿੰਗ ਲੋਟ ਲੈ ਕੇ ਉੱਥੇ ਨਮਾਜ਼ ਅਦਾ ਕਰਨੀ ਪਏਗੀ ਸਿਰਫ 800 ਲੋਕਾਂ ਨੂੰ। ਪਰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਕੂਲ ਜਿਹੜੀਆਂ ਪਲਾਸਟਿਕ ਸ਼ੀਟਸ ਦੇ ਨਾਲ ਬੱਚਿਆਂ ਨੂੰ ਵੱਖਰੇ ਬਿਠਾਇਆ ਜਾ ਰਿਹਾ, ਉੱਥੇ ਇਸ ਤਰ੍ਹਾਂ ਦੇ ਢੰਗ ਤਰੀਕੇ ਵੀ ਜਿਹੜੇ ਉਹ ਬਦਲ ਰਹੇ ਆ। ਇਸ ਜਿਹੜਾ ਲੋਕਡਾਊਨ ਸੀ ਇਹਨੇ ਬਹੁਤ ਕੁਝ ਬਦਲਿਆ ਦੁਨੀਆ ਦੇ ਹਿੱਸਿਆਂ ਦੇ ਵਿੱਚ। ਅਮਰੀਕਾ ਨੂੰ ਸਭ ਤੋਂ ਵੱਧ ਹਿੱਟ ਕੀਤਾ, 1 ਲੱਖ ਤੇ ਜਿਹੜੀਆਂ ਮੌਤਾਂ ਤੱਕ ਉਹਨਾਂ ਦਾ ਅੰਕੜਾ ਪਹੁੰਚਿਆ। ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਮਰੀਕਾ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਈ ਤਬਦੀਲੀਆਂ ਆਈਆਂ। ਰੋਡ ਐਕਸੀਡੈਂਟਸ ਦੇ ਵਿੱਚ ਕਮੀ ਆਈ, ਚੋਰੀਆਂ ਦੇ ਵਿੱਚ ਕਮੀ ਆਈ, ਹੋਰ ਜਿਹੜੇ ਕ੍ਰਾਈਮ ਸੀਗੇ ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਰੇਟ ਜਿਹੜਾ ਬਿਲਕੁਲ ਥੱਲੇ ਡਿੱਗ ਪਿਆ। ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰਦੇ ਸੀ, ਨਸ਼ੇ ਦੀ ਜਿਹੜੀ ਚੇਨ ਸੀ ਉਹ ਟੁੱਟੀ, ਲੋਕਾਂ ਨੇ ਠੀਕਰੀ ਪਹਿਰੇ ਲਾਏ ਪਿੰਡਾਂ ਦੇ ਵਿੱਚ। ਪਰ ਕੁਛ ਥਾਵਾਂ ਦੇ ਉੱਤੇ ਕੁਛ ਅਲੱਗ ਤਰ੍ਹਾਂ ਦਾ ਕ੍ਰਾਈਮ ਜਿਹੜਾ ਉਹ ਵਧਿਆ, ਜਿਹਦੀ ਇੱਕ ਉਦਾਹਰਨ ਇਹ ਆ ਕਿ ਜਿਹੜੀਆਂ ਸਾਡੀਆਂ ਕਾਰਾਂ ਬਾਹਰ ਖੜੀਆਂ ਨੇ ਅਮਰੀਕਾ ਦੇ ਵਿੱਚ, ਖਾਸ ਕਰਕੇ ਨਿਊਯਾਰਕ ਵਰਗੇ ਸ਼ਹਿਰਾਂ ਦੇ ਵਿੱਚ, ਔਰ ਕੈਨੇਡਾ ਦੇ ਵਿੱਚ ਵੀ ਬਹੁਤ ਕੁਛ ਇੱਦਾਂ ਦਾ ਹੋਇਆ ਕਿਉਂਕਿ ਲੋਕ ਕੰਮਾਂ 'ਤੇ ਨਹੀਂ ਜਾ ਰਹੇ, ਕਾਰਾਂ ਬਾਹਰ ਅਨਅਟੈਂਡੈਂਟ ਲੰਬੇ ਸਮੇਂ ਦੇ ਲਈ ਖੜੀਆਂ ਰਹਿੰਦੀਆਂ ਨੇ। ਉਹ ਕਾਰਾਂ ਨੂੰ ਤੋੜ ਕੇ ਅੰਦਰੋਂ ਸਮਾਨ ਚੱਕਣ ਦੀਆਂ ਘਟਨਾਵਾਂ ਵਿੱਚ ਬਹੁਤ ਵੱਡਾ ਵਾਧਾ ਹੋਇਆ। 63% ਦੇ ਕਰੀਬ ਦੱਸਦੇ ਆ ਕਿ ਮਈ ਤੱਕ ਨਿਊਯਾਰਕ ਦੇ ਵਿੱਚ ਇਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। ਬਾਕੀ ਥਾਵਾਂ ਦੇ ਉੱਤੇ ਵੀ ਜਿੱਥੇ ਵੀ ਦੁਨੀਆ ਦੇ ਹਿੱਸਿਆਂ ਦੇ, ਕਿਉਂਕਿ ਇਹ ਬਹੁਤ ਸਾਰੇ ਵਰਤਾਰੇ ਲਗਭਗ ਬਰਾਬਰ ਵਾਪਰੇ ਨੇ ਦੁਨੀਆ ਦੇ ਵਿੱਚ। ਜੇਕਰ ਦੁਨੀਆ ਦੇ ਵਿੱਚ ਇਹਦੇ ਤੋਂ ਪਹਿਲਾਂ, ਪੈਂਡੈਮਿਕ ਤੋਂ ਪਹਿਲਾਂ ਲੋਕਾਂ ਨੇ ਬੁਰੀ ਤਰ੍ਹਾਂ ਜਿਹੜਾ ਸਟੋਰਸ ਦੇ ਉੱਤੋਂ ਸਮਾਨ ਚੱਕਿਆ, ਉਹਨੂੰ ਜਮ੍ਹਾਂ ਕੀਤਾ, ਇਹ ਸਾਰੀ ਦੁਨੀਆ ਦੇ ਵਿੱਚ ਇੱਕੋ ਜਿਹਾ ਵਾਪਰਿਆ। ਟਾਇਲਟ ਪੇਪਰ ਇੱਕੋ ਜਿਹੇ ਸਾਰੀ ਥਾਵਾਂ ਤੋਂ ਚੱਕੇ ਗਏ, ਸੈਨੀਟਾਈਜ਼ਰ ਇੱਕੋ ਜਿਹੇ ਚੱਕੇ ਗਏ। ਇਸੇ ਤਰ੍ਹਾਂ ਕ੍ਰਾਈਮ ਦੇ ਵਿੱਚ ਪੂਰੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਕਮੀ ਹੈ। ਜੇ ਕਿਸੇ ਖਾਸ ਕਿਸਮ ਦਾ ਕ੍ਰਾਈਮ ਵਧਿਆ, ਜਿਹਦਾ ਕਿ ਜ਼ਿਕਰ ਮੈਂ ਤੁਹਾਡੇ ਨਾਲ ਇੱਕ ਕ੍ਰਾਈਮ ਦਾ ਕਰ ਰਿਹਾ, ਇਹ ਪੂਰੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੀ ਵਧਿਆ ਹੋ ਸਕਦਾ। ਨਿਊਯਾਰਕ ਤੋਂ ਜਾਂ ਕੁਛ ਹੋਰ ਸ਼ਹਿਰਾਂ ਤੋਂ, ਅਮਰੀਕਾ ਜਾਂ ਤੋਂ ਇਹ ਰਿਪੋਰਟਸ ਆ ਰਹੀਆਂ, ਉਹ ਦੱਸਦੇ ਆ ਕਿ ਮਈ ਤੱਕ ਇਹਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। ਲਗਭਗ ਕੁਝ ਥਾਵਾਂ ਦੇ ਉੱਤੇ 63% ਜਿਹੜੀਆਂ ਖਾਸ ਕਰ ਕਾਰ ਦਾ ਸ਼ੀਸ਼ਾ ਤੋੜ ਕੇ ਉਹਦੇ ਅੰਦਰੋਂ ਸਮਾਨ ਚੱਕਣ ਦੀਆਂ ਘਟਨਾਵਾਂ ਦੇ ਵਿੱਚ। ਵੱਡਾ ਕਾਰਨ ਉਹਦਾ ਇਹ ਸੀ ਕਿ ਲੋਕ ਪਹਿਲਾਂ ਰੋਜ਼ ਜਾਂਦੇ ਸੀ, ਉੱਥੋਂ ਕਾਰ ਨੂੰ ਮੂਵ ਕਰਦੇ ਸੀ, ਕੰਮ 'ਤੇ ਜਾਂਦੇ ਸੀ, ਵਾਪਸ ਆਉਂਦੇ ਸੀ। ਹੁਣ ਕਿਉਂਕਿ ਲੋਕ ਜਾ ਨਹੀਂ ਸੀ ਰਹੇ, ਇੱਕ ਵੱਡਾ ਕਾਰਨ ਉੱਥੇ ਬਣਿਆ।
ਮਾਸਕ ਬਾਰੇ ਅਸੀਂ ਅਕਸਰ ਗੱਲਬਾਤ ਕੀਤੀ ਆ ਕਿ ਮਾਸਕ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ, ਸੋਸ਼ਲ ਡਿਸਟੈਂਸਿੰਗ ਕਿੱਥੇ ਰੱਖਣੀ ਚਾਹੀਦੀ ਹੈ, ਜਹਾਜ਼ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਟਰਾਂਸਪੋਰਟੇਸ਼ਨ ਅਥਾਰਟੀਜ਼ ਮੰਗ ਕਰ ਰਹੀਆਂ ਕਿ ਨਹੀਂ ਹੋਣੀ ਚਾਹੀਦੀ। ਇਹਦੇ ਸੰਬੰਧੀ ਇੰਡੋਨੇਸ਼ੀਆ ਬਹੁਤ ਸਖਤ ਆ। ਇੰਡੋਨੇਸ਼ੀਆ ਨੇ ਉੱਥੇ ਮਿਲਟਰੀ ਜਿਹੜੀ ਆ ਉਹਨੂੰ ਲਾਇਆ ਇਸ ਕੰਮ ਦੇ ਲਈ, ਡਿਪਲੋਏ ਕੀਤਾ ਕਿ ਉਹ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਪ੍ਰੋਟੋਕੋਲ ਆ ਇਹਨੂੰ ਲਾਗੂ ਕਰਨ ਦੇ ਲਈ ਮਿਲਟਰੀ ਦੀ ਮਦਦ ਲਈ ਹੈ। ਬਹੁਤ ਸਖਤੀ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਲਾਗੂ ਕੀਤਾ। ਜਿੱਥੇ ਕਿਤੇ ਇਹਦੇ ਬਾਰੇ ਦੋ ਰਾਵਾਂ ਚੱਲ ਰਹੀਆਂ, ਜਿਵੇਂ ਸਾਡੇ ਕੈਨੇਡਾ ਦੇ ਵਿੱਚ ਇਹ ਕਿਹਾ ਗਿਆ, ਸਾਡੇ ਜਿਹੜੇ ਪਬਲਿਕ ਹੈਲਥ ਆਫਿਸਰ ਨੇ ਡਾਕਟਰ ਥਰੇਸਾ ਟੈਮ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿੱਥੇ ਤੁਸੀਂ 2 ਮੀਟਰ ਦਾ ਫਾਸਲਾ ਨਹੀਂ ਰੱਖ ਸਕਦੇ ਉੱਥੇ ਤੁਸੀਂ ਜਿਹੜਾ ਆ ਇਹਨੂੰ ਮਾਸਕ ਨੂੰ ਪਾ ਲਓ। ਪਰ ਇਹ ਕੋਈ ਕਾਨੂੰਨ ਨਹੀਂ ਆ, ਇਹ ਕੋਈ ਜ਼ਰੂਰੀ ਨਹੀਂ ਆ, ਇਹ ਕੋਈ ਮੈਂਡੇਟਰੀ ਨਹੀਂ ਆ। ਪਰ ਇੰਡੋਨੇਸ਼ੀਆ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਨੇ ਔਰ ਉੱਥੇ ਮਿਲਟਰੀ ਇਹ ਚੀਜ਼ ਇਨਫੋਰਸ ਕਰ ਰਹੀ ਹੈ ਕਿ ਤੁਸੀਂ ਮਾਸਕ ਪਾਓਗੇ, ਤੁਸੀਂ 2 ਮੀਟਰ ਇੱਕ ਦੂਜੇ ਤੋਂ ਦੂਰ ਰਹੋਗੇ। ਸੋ ਵੱਖ-ਵੱਖ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ, ਉੱਥੋਂ ਦੇ ਜਿਹੜੇ ਅਧਿਕਾਰੀ ਨੇ, ਉਹ ਇਹ ਤੋਂ ਲਾਗੂ ਕਰਨ ਦੇ ਲਈ, ਇਹਦੇ ਨੂੰ ਬਚਣ ਤੋਂ ਆਪਣੇ ਆਪਣੇ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਨੇ। ਕਿਸੇ ਥਾਂ ਦੇ ਉੱਤੇ ਉਹ ਇਹਨੂੰ ਨਹੀਂ, ਆਪਣੇ ਤਰੀਕੇ ਦੇ ਨਾਲ ਮਾਸਕ ਨਹੀਂ ਜ਼ਰੂਰੀ ਕਰ ਰਹੇ, ਕਿਸੇ ਥਾਂ ਦੇ ਉੱਤੇ ਜ਼ਰੂਰੀ ਕਰ ਰਹੇ ਆ। ਕਿਤੇ ਸੋਸ਼ਲ ਐਪਸ ਜ਼ਰੂਰੀ ਕੀਤੀਆਂ ਜਾ ਰਹੀਆਂ, ਕਿਤੇ ਸੋਸ਼ਲ ਐਪਸ ਨਹੀਂ ਜ਼ਰੂਰੀ ਕੀਤੀਆਂ ਜਾ ਰਹੀਆਂ। ਸੋ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੇ ਮਨਾਏ ਜਾ ਰਹੇ ਆ। ਜਦੋਂ ਦਾ ਕੋਵਿਡ-19 ਦਾ ਮਸਲਾ ਸ਼ੁਰੂ ਹੋਇਆ, ਇਹਨੇ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ, ਹਿਲਾ ਕੇ ਰੱਖ ਦਿੱਤਾ। ਉਸ ਵੇਲੇ ਤੋਂ ਪ੍ਰਮੁੱਖ ਖਬਰਾਂ ਜਿਹੜੀਆਂ ਕੋਵਿਡ-19 ਦੇ ਆਲੇ ਦੁਆਲੇ ਘੁੰਮੀ ਜਾਂਦੀਆਂ। ਤੁਹਾਨੂੰ ਯਾਦ ਹੋਊਗਾ ਥੋੜ੍ਹਾ ਜਿਹਾ ਇਹਦੇ ਤੋਂ ਪਹਿਲਾਂ, ਜਦੋਂ ਜੇ ਕੋਵਿਡ-19 ਦਾ ਇਹ ਪ੍ਰਕੋਪ ਕੈਨੇਡਾ ਦੇ ਵਿੱਚ ਨਹੀਂ ਆਇਆ ਸੀ, ਸਾਡੀਆਂ ਪ੍ਰਮੁੱਖ ਖਬਰਾਂ ਦੇ ਵਿੱਚੋਂ ਇੱਕ ਖਬਰ ਬਹੁਤ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਸੀਗੀ, ਜਿਹੜੇ ਬਹੁਤ ਸਾਰੇ ਲੋਕ ਪ੍ਰੋਟੈਸਟ ਕਰ ਰਹੇ ਸਨ। ਜਿਹੜੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪਾਈਪਲਾਈਨ, LNG ਪਾਈਪਲਾਈਨ ਸੀ, ਉਹਦੇ ਵਿਰੋਧ ਦੇ ਵਿੱਚ, ਜਾਂ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਆ ਜਿਹੜੀ ਅਲਬਰਟਾ ਤੋਂ ਇੱਥੇ BC ਦੇ ਵਿੱਚ ਆਉਣੀ ਆ, ਉਹਦੇ ਵਿਰੋਧ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਪੂਰੇ ਕੈਨੇਡਾ ਦੇ ਵਿੱਚ ਹੀ ਉਹਨਾਂ ਨੇ ਰੇਲਾਂ ਵੀ ਰੋਕੀਆਂ, ਪ੍ਰੋਟੈਸਟ ਵੀ ਕੀਤੇ। ਔਰ ਸਭ ਤੋਂ ਵੱਡੀ ਖਬਰ ਉਸ ਵੇਲੇ ਦੀ ਉਹ ਸੀ। ਪਰ ਹੁਣ ਕੋਵਿਡ-19 ਦੇ ਵਿੱਚ ਉਹ ਖਬਰ ਕਿਤੇ ਰੁਲ ਗਈ ਕਿ ਉਹਦੇ ਨਾਲ, ਕਿਉਂਕਿ ਪ੍ਰੋਟੈਸਟ ਕਰ ਹੀ ਨਹੀਂ ਸਕਦੇ ਤੁਸੀਂ, ਜ਼ਿਆਦਾ ਲੋਕ ਇਕੱਠੇ ਹੀ ਨਹੀਂ ਹੋ ਸਕਦੇ, ਇਸ ਕਰਕੇ ਉਹ ਸਾਰੀਆਂ ਗੱਲਾਂ ਬਾਤਾਂ ਖਤਮ ਹੋ ਗਈਆਂ। ਪਰ ਜਿਹੜੀ ਖਾਸ ਕਰ ਟਰਾਂਸ ਮਾਊਂਟੇਨ ਪਾਈਪਲਾਈਨ ਆ ਉਹ ਬਣ ਰਹੀ ਆ, ਔਰ ਇਹ ਸਾਰੇ ਕੁਝ ਦੇ ਵਿੱਚ ਕੈਨੇਡੀਅਨ ਮਿਨਿਸਟਰ, ਜਿਹੜੇ ਉੱਥੇ ਦੇ ਐਨਰਜੀ ਮਿਨਿਸਟਰ ਨੇ ਅਲਬਰਟਾ ਦੇ, ਸੋਨੀਆ ਸੈਵੇਜ, ਉਹਨਾਂ ਨੇ ਇੱਕ ਜਿਹੜਾ ਬਿਆਨ ਦਿੱਤਾ ਇਸ ਵੇਲੇ ਕਿ ਜਿਹੜਾ ਕੋਵਿਡ-19 ਲੋਕਡਾਊਨ ਆ, ਇਹ ਇੱਕ ਪਾਈਪਲਾਈਨ ਬਣਾਉਣ ਦੇ ਲਈ ਬਹੁਤ ਵਧੀਆ ਸਮਾਂ ਆ। ਗ੍ਰੇਟ ਟਾਈਮ ਉਹਨਾਂ ਨੇ ਵਰਡ ਯੂਜ਼ ਕੀਤਾ। ਉਹਦੇ 'ਤੇ ਬਹੁਤ ਸਾਰੀ ਕੰਟਰੋਵਰਸੀ ਹੋਈ ਆ ਕਿ ਇਸ ਵੇਲੇ ਦੇਖੋ ਜਿਹੜੇ ਪ੍ਰੋਟੈਸਟ ਕਰਨ ਵਾਲੇ ਉਹ ਕਹਿੰਦੇ ਉਹ ਇਕੱਠੇ ਨਹੀਂ ਹੋ ਸਕਦੇ, ਸਾਡੇ ਲਈ ਇਹ ਬੜਾ ਵਧੀਆ ਮੌਕਾ ਕਿ ਅਸੀਂ ਇਹ ਪਾਈਪਲਾਈਨ ਨੂੰ ਬਣਾ ਦਈਏ। ਇਸ ਬਿਆਨ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਆਈ ਆ। ਤੁਹਾਨੂੰ ਪਤਾ ਇਹ ਪਾਈਪਲਾਈਨ ਜਿਹੜੀ ਅਲਬਰਟਾ ਤੋਂ ਇੱਥੇ ਤੱਕ ਇਹਦੀ ਐਕਸਪੈਂਸ਼ਨ ਹੋਣੀ ਆ, ਟਰਾਂਸ ਮਾਊਂਟੇਨ ਪਾਈਪਲਾਈਨ ਦੀ, ਇਹਦੇ ਉੱਤੇ ਬਹੁਤ ਸਾਰਾ ਵਿਵਾਦ ਚੱਲਦਾ, ਬੜੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ। ਬਹੁਤ ਸਾਰੀ ਇੰਡਸਟਰੀ, ਬਹੁਤ ਸਾਰੀ ਖਾਸ ਕਰ ਅਲਬਰਟਾ ਦੀ ਇਕੋਨਮੀ ਇਸ ਪਾਈਪਲਾਈਨ ਉੱਤੇ ਖੜੀ ਆ। ਅਲਬਰਟਾ ਦੀ ਸਰਕਾਰ ਇਸ ਪਾਈਪਲਾਈਨ ਦੇ ਲਈ ਸਹਿਮਤਤਾ ਬਣਾਉਣਾ ਚਾਹੁੰਦੇ ਆ। ਪਹਿਲੀ ਸਰਕਾਰ ਜਿਹੜੀ ਸੀਗੀ ਉਹ ਵੀ, ਤੇ ਹੁਣ ਜੇਸਨ ਕੈਨੀ ਉਹਨਾਂ ਦੇ ਅਗਵਾਈ ਵਾਲੀ ਸਰਕਾਰ ਵੀ। ਪਰ BC ਦੇ ਵਿੱਚ ਜਿਹੜੀ ਪਹਿਲਾਂ ਲਿਬਰਲ ਸਰਕਾਰ ਸੀਗੀ, ਇਹ ਉਹਦੇ ਹੱਕ ਵਿੱਚ ਸੀਗੀ, ਇਹ ਜਿਹੜੀ ਆ ਬਣ ਜਾਣੀ ਸੀ ਪਾਈਪਲਾਈਨ। ਪਰ ਜਦੋਂ NDP ਆਈ, ਸਾਡੇ ਮਾਨਯੋਗ ਮੁੱਖ ਮੰਤਰੀ ਜੌਨ ਹੌਰਗਨ ਹੁਣੀ ਆਏ, ਉਹਨਾਂ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ। ਹਾਲਾਂਕਿ ਫੈਡਰਲ ਸਰਕਾਰ ਇਸ ਪਾਈਪਲਾਈਨ ਦੇ ਹੱਕ ਵਿੱਚ ਆ। ਪਰ ਅਲਬਰਟਾ ਦੇ ਐਨਰਜੀ ਮਿਨਿਸਟਰ ਦਾ ਇਸ ਵੇਲੇ ਉਹਨਾਂ ਦਾ ਇਹ ਕਹਿਣਾ ਕਿ ਇਹ ਬਹੁਤ ਇੱਕ ਗ੍ਰੇਟ ਟਾਈਮ ਆ ਸਾਡੇ ਕੋਲ ਪਾਈਪਲਾਈਨ ਬਣਾਉਣ ਦਾ, ਇਸ ਗੱਲ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਕਿ ਉਹ ਲੋਕ ਜਿਹੜੇ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ, ਜਿਹੜੇ ਆਪਣੇ ਰਾਈਟਸ ਲਈ ਲੜ ਰਹੇ ਸੀ, ਜਿਹੜਾ ਕੋਲੇ ਕੁਝ ਮਸਲੇ ਸੀ, ਕੀ ਉਹਨਾਂ ਨੂੰ ਇਸ ਲੋਕਡਾਊਨ ਦੀ ਆੜ ਥੱਲੇ ਦਬਾ ਦਿੱਤਾ ਜਾਊਗਾ? ਬਿਨਾਂ ਸ਼ੱਕ ਜਿਵੇਂ ਮਿਨਿਸਟਰ ਕਹਿ ਰਹੇ ਆ ਕਿ ਸਾਡੇ ਕੋਲ ਬੜਾ ਇੱਕ ਵਧੀਆ ਮੌਕਾ ਆ, ਲੋਕ ਇਕੱਠੇ ਨਹੀਂ ਹੋ ਸਕਦੇ, ਪ੍ਰੋਟੈਸਟ ਨਹੀਂ ਕਰ ਸਕਦੇ। ਦੂਜਾ ਪਾਸਾ ਇਹ ਵੀ ਹੈ ਜਿਹੜੇ ਉਹ ਮਿਨਿਸਟਰ ਕਹਿ ਰਹੇ ਆ ਕਿ ਲੋਕ ਹੁਣ ਇੰਤਜ਼ਾਰ ਨਹੀਂ ਕਰ ਰਹੇ, ਉਹ ਇੰਤਜ਼ਾਰ ਨਹੀਂ ਕਰ ਸਕਦੇ, ਉਹ ਇਕੋਨਮੀ ਨੂੰ ਡਿਵੈਲਪ ਕਰਨਾ ਚਾਹੁੰਦੇ ਆ, ਅਤੇ ਪਾਈਪਲਾਈਨ ਉਹਦੇ ਵਿੱਚ ਖਾਸ ਕਰ ਅਲਬਰਟਾ ਦੀ ਇਕੋਨਮੀ ਦੇ ਲਈ ਬਹੁਤ ਜ਼ਰੂਰੀ ਆ। ਅਤੇ ਸਾਡੇ ਕੋਲ ਇੱਕ ਵਧੀਆ ਮੌਕਾ ਆ ਕਿ ਅਸੀਂ ਉਹ ਪਾਈਪਲਾਈਨ ਜਿਹੜੀ ਆ ਉਹਨੂੰ ਇਸ ਵੇਲੇ ਬਣਾ ਸਕੀਏ। ਫੈਰੀਜ਼ ਦੋਸਤੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ BC ਦੇ ਵਿੱਚ ਬਹੁਤ ਸਾਰੀਆਂ ਫੈਰੀਜ਼ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਦੀ ਆਵਾਜਾਈ ਦੇ ਲਈ ਵਰਤੀਆਂ ਜਾਂਦੀਆਂ ਨੇ। ਬਹੁਤ ਬੁਰੀ ਤਰ੍ਹਾਂ ਘਾਟੇ ਦੇ ਵਿੱਚ ਚੱਲ ਰਹੀਆਂ ਨੇ, ਬਹੁਤ ਬੁਰੀ ਤਰ੍ਹਾਂ। ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਕਿੰਨਾ ਘਾਟਾ ਇਹਨਾਂ ਨੂੰ ਰੋਜ਼ਾਨਾ ਪੈ ਰਿਹਾ। 1.5 ਮਿਲੀਅਨ ਪਰ ਡੇ
80% ਇਹਨਾਂ ਦੇ ਟ੍ਰੈਫਿਕ ਦੇ ਵਿੱਚ ਡਿਕਲਾਈਨ ਆ ਗਈ ਆ। ਲੋਕ ਇੱਧਰੋਂ ਉੱਧਰੋਂ ਜਾਣੋਂ ਹਟ ਗਏ ਆ। ਕਿੱਥੇ ਇਹਦੀ ਵੇਟਿੰਗ ਹੁੰਦੀ ਸੀ, ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਸੀ। ਜਦੋਂ ਦਾ ਇਹ ਕੋਵਿਡ-19 ਦੇ ਨਾਲ ਸਾਰਾ ਕੁਝ ਬੰਦ ਹੋਇਆ, ਲੋਕਡਾਊਨ ਹੋਇਆ, 1.5 ਮਿਲੀਅਨ ਪਰ ਡੇ ਇਹਨਾਂ ਨੂੰ ਘਾਟਾ ਪੈ ਰਿਹਾ। ਔਰ ਬਹੁਤ ਬੁਰੀ ਹਾਲਤ ਜਿਹੜੀ ABC ਫੈਰੀਜ਼ ਆ ਇਹਨਾਂ ਦੀ ਹੈਗੀ ਆ। ਔਰ ਸੰਕਟ ਦੇ ਵਿੱਚੋਂ ਕਿਸੇ ਤਰ੍ਹਾਂ ਇਹ ਜੇ ਇਕੋਨਮੀ ਖੁੱਲ੍ਹਦੀ ਆ, ਸਾਰਾ ਕੁਝ ਠੀਕ ਠਾਕ ਹੁੰਦਾ ਤਾਂ ਇਹ ਨਿਕਲਣਗੇ। ਇਹਦੇ ਨਾਲ ਵੀ ਬਹੁਤ ਕੁਝ ਅੱਗਿਓਂ ਜੁੜਿਆ ਆ। ਜਿਹੜਾ ਘਾਟਾ ਇਹਨਾਂ ਨੂੰ ਪੈ ਰਿਹਾ, ਉਹਦੇ ਨਾਲ ਜਿਹੜੇ ਅੱਗਿਓਂ ਬਿਜ਼ਨਸ ਜੁੜੇ ਨੇ, ਕੰਮਕਾਰ ਜੁੜੇ ਨੇ, ਉਹਨਾਂ ਦਾ ਵੀ ਅੱਗਿਓਂ ਨੁਕਸਾਨ ਹੋ ਰਿਹਾ। ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋਇਆ। ਪਰ ਅੱਜ ਜਿਹੜੀ ਖਬਰ ਆਈ ਆ ਕਿ ਉਹ ਕਹਿੰਦੇ ਸਾਡੀ ਬੱਸ ਹੋ ਗਈ ਹੈ। 1.5 ਮਿਲੀਅਨ ਇੱਕ ਦਿਨ ਦੇ ਵਿੱਚ ਘਾਟਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇੱਕ ਖਾਸ ਖਬਰ ਜਿਹੜੀ ਕੈਨੇਡਾ ਦੀ ਅੱਜ ਦੀ ਮੁੱਖ ਖਬਰ ਸੀ, ਇਹ ਅੱਜ ਸਵੇਰੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣੀ ਥੋੜ੍ਹੇ ਨਿਰਾਸ਼ ਸੀ। ਨਿਰਾਸ਼ਤਾ ਦਾ ਕਾਰਨ ਕੀ ਸੀ? ਉਹ ਕਹਿੰਦੇ ਵੀ ਸਾਡੇ ਕੋਲੋਂ ਸਾਡੇ ਬਜ਼ੁਰਗਾਂ ਦੀ ਜਿਹੜੀ ਦੇਖਭਾਲ ਉਹ ਸਹੀ ਨਹੀਂ ਕੀਤੀ ਗਈ। ਉੱਥੇ ਜਿਹੜੇ ਲੌਂਗ ਟਰਮ ਕੇਅਰ ਹੋਮਸ ਨੇ, ਉੱਥੇ ਜਿਹੜੇ ਸੋਲਜਰਸ ਨੇ, ਕੈਨੇਡੀਅਨ ਸੋਲਜਰਸ ਨੇ, ਉਹਨਾਂ ਨੇ ਜਿਹੜੀਆਂ ਰਿਪੋਰਟ ਦਿੱਤੀਆਂ ਨੇ, ਉੱਥੇ ਦੀ ਹਾਲਤ ਦੱਸੀ, ਉਹ ਕਹਿੰਦੇ ਬਹੁਤ ਮਾੜੀ ਆ। ਜਿਹੜੇ ਬਜ਼ੁਰਗ ਜਦੋਂ ਕੋਈ ਵਿਅਕਤੀ ਬਜ਼ੁਰਗ ਹੋ ਜਾਂਦਾ, ਓਲਡ ਹੋ ਜਾਂਦਾ, ਇਹ ਤੁਹਾਨੂੰ ਪਤਾ ਸਾਡੇ ਇਸ ਕਲਚਰ ਦੇ ਵਿੱਚ ਇੱਥੇ ਉਹ ਸੱਭਿਆਚਾਰ ਨਹੀਂ ਆ ਕਿ ਕੋਈ ਬਿਮਾਰ ਹੋ ਗਿਆ ਤਾਂ ਬੱਚੇ ਉੱਥੇ ਘਰ ਬੈਠਣਗੇ ਬਜ਼ੁਰਗ ਦੇ ਕੋਲ, ਲੋਕ ਉਹਨਾਂ ਨੂੰ ਛੱਡ ਆਉਂਦੇ ਨੇ। ਲੌਂਗ ਟਰਮ ਕੇਅਰ ਹੋਮ ਦੇ ਵਿੱਚ ਬਜ਼ੁਰਗ ਆਪਣੀ ਮਰਜ਼ੀ ਨਾਲ ਚਲੇ ਜਾਂਦੇ ਨੇ। ਸਾਡੀਆਂ ਕਮਿਊਨਿਟੀਜ਼ ਦੇ ਵਿੱਚ ਇਹ ਚੀਜ਼ਾਂ ਹਜੇ ਡਿਵੈਲਪ ਨਹੀਂ ਹੋਈਆਂ, ਹੌਲੀ ਹੌਲੀ ਹੋ ਰਹੀਆਂ। ਚੰਗੀਆਂ ਕਿ ਮਾੜੀਆਂ ਇਹ ਬਾਅਦ ਦੀ ਗੱਲ ਆ। ਪਰ ਉਹ ਬਜ਼ੁਰਗਾਂ ਦਾ ਜਿਹੜਾ ਬਹੁਤਿਆਂ ਦਾ ਆਖਰੀ ਸਮਾਂ ਹੈ ਉੱਥੇ ਗੁਜ਼ਰਦਾ। ਹੁਣ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਕਿ ਉੱਥੇ ਜਿਹੜੇ ਕੈਨੇਡੀਅਨ ਸੋਲਜਰਸ ਉੱਥੇ ਗਏ ਆ ਅੰਟਾਰੀਓ ਦੇ ਵਿੱਚ, ਇਹ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਉਹ ਕਹਿੰਦੇ ਬਿਲਕੁਲ ਖਿਆਲ ਨਹੀਂ ਕੀਤਾ ਜਾਂਦਾ, ਬੜੀ ਮਾੜੀ ਹਾਲਤ ਆ। ਔਰ ਇਸ ਗੱਲ ਦੇ ਉੱਤੇ ਇਸ ਖਬਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਜਦੋਂ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਕੈਨੇਡਾ ਦੀ ਖਬਰ ਗਈ ਆ, ਇਹਨੇ ਬਹੁਤ ਕੁਝ ਜਿਹੜਾ ਇੱਕ ਹਲਚਲੀ ਮਚਾਈ ਆ ਕਿ ਇਹਨਾਂ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਹੋਈਆਂ, ਤੁਹਾਨੂੰ ਯਾਦ ਹੋਊਗਾ ਇੱਥੇ ਵੀ ਅੰਟਾਰੀਓ ਦੇ ਵਿੱਚ ਵੀ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਹੀ ਹੋ ਰਹੀਆਂ। ਉਹ ਕਹਿੰਦੇ ਉੱਥੇ ਖਿਆਲ ਨਹੀਂ ਰੱਖਿਆ ਜਾਂਦਾ ਇਹਨਾਂ ਦਾ ਜਿਸ ਤਰੀਕੇ ਦੇ ਨਾਲ ਰੱਖਿਆ ਜਾਣਾ ਚਾਹੀਦਾ। BC ਦੇ ਵਿੱਚ ਹਾਲਤ ਦੱਸੀ ਜਾ ਰਹੀ ਹੈ ਕਾਫੀ ਕੰਟਰੋਲ ਦੇ ਵਿੱਚ ਆ। ਕੋਈ ਨਵੀਂ ਅੱਜ ਡੈਥ ਨਹੀਂ ਹੋਈ ਪਿਛਲੇ 24 ਘੰਟਿਆਂ ਦੇ ਵਿੱਚ। ਇਸੇ ਤਰ੍ਹਾਂ ਹੀ ਜਿਹੜਾ ਹੌਲੀ ਹੌਲੀ ਇਹ ਹਾਲਾਤ ਜਿਹੜੇ ਆ ਇਹ ਦੱਸੇ ਜਾ ਰਹੇ ਆ ਕਿ ਸੁਧਰ ਰਹੇ ਆ। ਫਿਰ ਅਸੀਂ ਕਿਤੇ ਨਾ ਕਿਤੇ ਉਸ ਗੱਲ ਵੱਲ ਚਲੇ ਜਾਂਦੇ ਹਾਂ ਕਿ ਵੈਕਸੀਨ ਆਊਗੀ ਜਾਂ ਨਹੀਂ ਆਊਗੀ। ਜਿੱਥੇ ਅਸੀਂ ਸਾਊਥ ਕੋਰੀਆ ਦੀ ਗੱਲ ਕੀਤੀ ਕਿ ਉੱਥੇ ਸਕੂਲ ਖੁੱਲ੍ਹ ਰਹੇ ਨੇ, ਇਸ ਤਰੀਕੇ ਦੇ ਨਾਲ ਹਰ ਇੱਕ ਨੂੰ ਵੱਖਰਿਆਂ ਕਰਕੇ ਉਹ ਬਿਠਾ ਕੇ ਪੜ੍ਹਾ ਰਹੇ ਨੇ। ਕਿਤੇ ਨਾ ਕਿਤੇ ਪਾਰਸ਼ਲੀ ਖੁੱਲ੍ਹ ਰਹੇ ਨੇ ਕਿ ਅੱਧੇ ਕੁ ਨਿਆਣੇ ਅੱਜ ਆ ਜਾਓ, ਫਿਰ ਤੀਜੇ ਦਿਨ ਆ ਜਾਓ, 2 ਦਿਨ ਨਾ ਆਓ, ਕੋਈ ਦੇਖ ਰਹੇ ਨੇ। ਫਿਲੀਪੀਨਸ ਨੇ ਇੱਕ ਅੱਜ ਕਹਿ ਦਿੱਤਾ ਕਿ ਉਹ ਕਹਿੰਦੇ ਸਾਡੇ ਲਈ ਸਾਡੇ ਬੱਚੇ ਸਭ ਤੋਂ ਜ਼ਰੂਰੀ ਆ। ਜਿੰਨਾ ਚਿਰ ਇਸ ਵਾਇਰਸ ਦੀ ਵੈਕਸੀਨ ਨਹੀਂ ਆਉਂਦੀ, ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਫਿਲੀਪੀਨ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਆ, ਅਸੀਂ ਨਿਆਣਿਆਂ ਨੂੰ ਸਕੂਲ ਨਹੀਂ ਭੇਜਣਾ। ਮਤਲਬ ਅਸੀਂ ਕੋਈ ਵੀ ਸਕੂਲ ਜਿਹੜਾ ਖੋਲਾਂਗੇ ਨਹੀਂ ਅੰਟਲ ਦੇਰ ਦੇ ਵੈਕਸੀਨ। ਸੋ ਵੈਕਸੀਨ ਤੋਂ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਖੋਲ੍ਹਦੇ। ਸਾਲ ਲੱਗ ਜਾਂਦਾ, 1.5 ਸਾਲ ਲੱਗ ਜਾਂਦਾ। ਕੀ ਹੁੰਦਾ? ਉਹ ਕਹਿੰਦੇ ਪੜ੍ਹਾਈ ਬਹੁਤ ਜ਼ਰੂਰੀ ਹੈ, ਪੜ੍ਹਾਈ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ, ਪਰ ਜਾਨਾਂ ਉਹ ਤੋਂ ਵੀ ਜ਼ਿਆਦਾ ਜ਼ਰੂਰੀ ਨੇ। ਸੋ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਸਪੌਂਸ ਨੇ ਇਸ ਕੋਵਿਡ-19 ਨੂੰ। ਫਿਲੀਪੀਨ ਨੇ ਕਹਿ ਦਿੱਤਾ ਕਿ ਨਹੀਂ, ਜਿੰਨਾ ਚਿਰ ਇਹਦੀ ਵੈਕਸੀਨ ਨਹੀਂ ਆਉਂਦੀ ਅਸੀਂ ਲੋਕਡਾਊਨ ਨਹੀਂ ਖੋਲ੍ਹ ਰਹੇ। ਔਰ ਉਹਦੇ ਨਾਲ ਦੋਸਤੋ ਕੁਛ ਜਿਹੜੀਆਂ ਗੱਲਾਂ ਨੇ ਉਹ ਬੜੀਆਂ ਕਾਮਨ ਨੇ ਸਾਰੇ ਥਾਵਾਂ ਦੇ ਉੱਤੇ। ਜਿਹੜੀ ਐਂਗਜ਼ਾਇਟੀ, ਡਿਪਰੈਸ਼ਨ ਬਹੁਤ ਵਧਿਆ ਇਸ ਸਮੇਂ ਦੇ ਵਿੱਚ। ਜਿਹੜੇ ਇੱਕਦਮ ਲੋਕ ਜਿਹੜੇ ਆ, ਜਿਹੜੀ ਕਲੀਨਿਕਲ ਐਂਗਜ਼ਾਇਟੀ ਆ ਜਾਂ ਡਿਪਰੈਸ਼ਨ ਆ, ਉਹ ਇਸ ਚੀਜ਼ ਦੇ ਨਾਲ ਬਹੁਤ ਵਧਿਆ। ਅਮਰੀਕਾ ਦੀ ਜਿਹੜੀ ਸੈਂਸਸ ਬਿਊਰੋ ਆ, ਉਹਨਾਂ ਨੇ ਇਹ ਇੱਕ ਸਾਹਮਣੇ ਲਿਆਂਦਾ ਹੈ ਡਾਟਾ। ਔਰ ਬਾਕੀ ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਹਾਲਤ ਆ। ਲੋਕ ਘਰਾਂ ਦੇ ਵਿੱਚ ਬੈਠੇ ਤੰਗ ਆ ਗਏ, ਅੰਦਰ ਰਹਿ ਗਏ। ਅੰਦਰ ਰਹਿਣ ਤੋਂ ਬਾਅਦ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਸਿਹਤ ਸੰਬੰਧੀ ਵੀ ਨੇ, ਫਾਈਨੈਂਸ਼ੀਅਲ ਵੀ ਨੇ, ਕਰਜ਼ੇ ਵੀ ਨੇ, ਬੈਂਕਾਂ ਦੀਆਂ ਮੌਰਗੇਜਸ ਵੀ ਨੇ, ਬਿਜ਼ਨਸ ਕਿੰਨੇ ਬੰਦ ਹੋਏ ਆ ਲੋਕਾਂ ਦਾ। ਹੁਣ 3-4 ਮਹੀਨੇ ਤੋਂ ਬਾਅਦ ਜਦੋਂ ਸਾਰਾ ਕੁਝ ਹੋਣਾ ਫਿਰ ਉਹ ਕਿੰਨਾ ਟਰੈਕ 'ਤੇ ਆਉਂਦੇ ਆ। ਪਰ ਇਸ ਸਮੇਂ ਦੇ ਵਿੱਚ ਮਾਨਸਿਕ ਪਰੇਸ਼ਾਨੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਵਧੀਆਂ। ਇੱਕ ਖਾਸ ਖਬਰ। ਔਰ ਦੂਜੀ ਦੋਸਤੋ, ਕੱਲ੍ਹ ਅਸੀਂ ਗੱਲ ਥੋੜ੍ਹੀ ਜਿਹੀ ਕੀਤੀ ਸੀ ਭਾਰਤ ਬਾਰੇ। ਉੱਥੋਂ ਦੇ ਜਿਹੜੇ ਮਜ਼ਦੂਰ ਨੇ ਇੱਕ ਰਾਜ ਤੋਂ ਦੂਜੇ ਰਾਜ ਦੇ ਉੱਤੇ ਜਾ ਰਹੇ, ਉਹਦੇ ਉੱਤੇ ਅੱਜ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਮਜ਼ਦੂਰਾਂ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹੀਆਂ, ਕੇਂਦਰ ਸਰਕਾਰ ਵੱਲੋਂ ਵੀ ਤੇ ਰਾਜ ਦੀਆਂ ਸਰਕਾਰਾਂ ਵੱਲੋਂ ਵੀ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਮਜ਼ਦੂਰ ਜਾ ਰਹੇ ਆ, ਇਹਨਾਂ ਦੇ ਜਾਣ ਦਾ, ਇਹਨਾਂ ਦੇ ਰੁਕਣ ਦਾ, ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਸਰਕਾਰਾਂ ਕਰਨ। ਸੁਪਰੀਮ ਕੋਰਟ ਨੇ ਇਹ ਗੱਲ ਮੰਨੀ ਆ ਕਿ ਰਾਜ ਦੀਆਂ ਸਰਕਾਰਾਂ ਤੇ ਕੇਂਦਰ ਦੀਆਂ ਸਰਕਾਰਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹੀਆਂ, ਤਾਂ ਜਿਸ ਕਾਰਨ ਇਹ ਮਜ਼ਦੂਰ ਸੜਕਾਂ ਦੇ ਉੱਤੇ ਰੁਲਣ ਦੇ ਲਈ ਮਜਬੂਰ ਹੋਏ ਆ।
ਸੋ ਦੋਸਤੋ, ਦੇਸ਼ ਦੁਨੀਆ ਦੀਆਂ ਇਹਨਾਂ ਕੁਝ ਖਬਰਾਂ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਅਸੀਂ ਅੱਜ ਜਾਣਕਾਰੀ ਦੇ ਲਈ ਜੁੜਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਉਹ ਸਾਡੇ ਨਾਲ ਨੇ, ਸਾਨੂੰ ਜਾਣਕਾਰੀ ਦਿੰਦੇ ਨੇ ਇਹਨਾਂ ਬਹੁਤ ਸਾਰੇ ਮਸਲਿਆਂ ਦੇ ਉੱਤੇ, ਔਰ ਬੜੇ ਸੌਖੇ ਸ਼ਬਦਾਂ ਵਿੱਚ ਸਾਡੇ ਲਈ ਉਹ ਜਾਣਕਾਰੀ ਲੈ ਕੇ ਆਉਂਦੇ ਨੇ। ਅਤੇ ਸਾਡੇ ਕੋਲ ਇਸ ਵੇਲੇ ਕੋਵਿਡ-19 ਦੀ ਕੀ ਪੋਜੀਸ਼ਨ ਆ, ਕੀ ਅਪਡੇਟ ਆ ਇਹਦੀ ਵੈਕਸੀਨ ਬਾਰੇ, ਇਹਦੀ ਵੈਕਸੀਨ ਕਦੋਂ ਕੁ ਆ ਸਕਦੀ ਆ, ਕਿੰਨੇ ਕੁ ਕੇਸਿਸ ਵੱਧ ਰਹੇ ਨੇ, ਬਹੁਤ ਸਾਰੇ ਸਵਾਲ ਨੇ ਲੋਕਾਂ ਦੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਇੱਕ ਗੱਲ ਜਿਹੜੀ ਅਸੀਂ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਅੱਜ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਇਹ ਗੱਲ ਕਹੀ ਆ ਕਿ ਜਿਹੜੇ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਬਜ਼ੁਰਗ ਨੇ, ਉੱਥੇ ਸਾਡੇ ਕੋਲੋਂ ਕੋਤਾਹੀ ਹੋਈ ਆ, ਉਹਨਾਂ ਨੂੰ ਉਸ ਤਰ੍ਹਾਂ ਸਾਂਭਿਆ ਨਹੀਂ ਗਿਆ ਜਿੱਦਾਂ ਸਾਂਭਿਆ ਜਾਣਾ ਚਾਹੀਦਾ ਸੀ। ਇਹ ਕਿੱਥੇ ਗੜਬੜ ਹੋਈ ਜੀ? ਉੱਥੇ ਕੇਅਰ ਨਹੀਂ ਹੋਈ ਜਾਂ ਕਿਸ ਕਿਸਮ ਦਾ ਉੱਥੇ ਜਿਹੜੀ ਇਹ ਗਲਤੀਆਂ ਹੋਈਆਂ ਜੀ? ਜਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਰਿਪੋਰਟ ਪੜ੍ਹੀ ਜਿਹੜੀ ਕੈਨੇਡੀਅਨ ਆਰਮ ਫੋਰਸ ਨੇ ਤਿਆਰ ਕੀਤੀ, ਕਿਉਂਕਿ ਤੁਹਾਨੂੰ ਪਤਾ ਕਿਊਬੈਕ ਔਰ ਓਨਟਾਰੀਓ 'ਚ ਬਹੁਤ ਜ਼ਿਆਦਾ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਵਾਇਰਸ ਸਪਰੈਡ ਸੀ, ਅਜੇ ਵੀ ਹੈਗਾ, ਔਰ ਉੱਥੇ ਹੀ ਲਗਾਤਾਰ ਮੌਤਾਂ ਹੋ ਰਹੀਆਂ, ਲਗਭਗ 80 ਤੋਂ 90% ਮੌਤਾਂ ਉੱਥੇ ਹੀ ਹੋ ਰਹੀਆਂ। ਸੋ ਉਹ ਆਰਮ ਫੋਰਸਿਸ ਸੱਦੀ ਗਈ ਸੀ ਵੀ ਹੈਲਪ ਕਰਨ ਵਾਸਤੇ, ਕਿਉਂਕਿ ਇਹ ਡਿਜ਼ਾਸਟਰ ਜਾਂ ਐਮਰਜੈਂਸੀ ਡਿਕਲੇਅਰ ਹੋ ਗਈ ਸੀ। ਜਦ ਆਰਮ ਫੋਰਸਿਸ ਨੇ ਰਿਪੋਰਟ ਤਿਆਰ ਕਰਕੇ ਮਾਨਯੋਗ ਪ੍ਰੀਮੀਅਰ ਡਗ ਫੋਰਡ ਨੂੰ ਦਿੱਤੀ, ਤੇ ਡਗ ਫੋਰਡ ਉਹਨਾਂ ਦੇ ਓਪਨਿੰਗ ਸਟੇਟਮੈਂਟ ਸੀ ਵੀ ਮੇਰੀ ਆਂਤੜੀਆਂ ਰੋ ਪਈਆਂ ਵੀ ਇੰਨੀ ਭਿਆਨਕ ਰਿਪੋਰਟ ਸੀ। ਔਰ ਦੇਖੋ, ਇੰਨਾ ਵਿਕਸਿਤ ਮੁਲਕ, ਅਮੀਰ ਮੁਲਕ, ਪਰ ਕੈਪੀਟਾ ਜਿਹੜੀ ਸਾਡੀ ਆ $40,000 ਤੋਂ $50,000 ਪਰ ਬੰਦੇ ਦੀ ਇਨਕਮ ਆ, ਉਹਦੇ ਬਾਵਜੂਦ ਜਿਹੜੀ ਇਹ ਬਜ਼ੁਰਗਾਂ ਦੀ ਦੇਖ ਰੇਖ ਆ ਇਹ ਠੀਕ ਨਾ ਹੋਈ। ਔਰ ਉਹਦੇ 'ਚ 5 ਜਿਹੜੇ ਓਨਟਾਰੀਓ ਦੇ ਸੂਬੇ ਆ, ਨੰਬਰ 1 'ਚ ਪਿਕਰਿੰਗ, ਬਰੈਂਪਟਨ, ਸਕਾਰਬਰੋ, ਇਟੀਬਿਕੋਕ ਤੇ ਇੱਕ ਹੋਰ ਹੈਗਾ, ਮੈਨੂੰ ਇੰਨਾ ਜ਼ਿਆਦਾ ਨੌਲੇਜ ਨਹੀਂ ਹੈਗੀ ਓਨਟਾਰੀਓ ਦੀ, ਲੇਕਿਨ ਜਿਹੜਾ ਪਿਕਰਿੰਗ ਦਾ ਜਿਹੜਾ ਕੇਅਰ ਹੋਮ ਹੈਗਾ ਉਹਦੇ ਸਭ ਤੋਂ ਜ਼ਿਆਦਾ ਜਿਹੜੀ ਹੈਗੀਆਂ ਉਲੰਘਣਾ ਹੋਈਆਂ। ਔਰ ਜਦੋਂ ਆਰਮ ਫੋਰਸਿਸ ਉੱਥੇ ਹੈਗੇ ਵੀ ਸੀ, ਵਾਚ ਕਰ ਰਹੇ ਸੀ, ਹੈਲਪ ਕਰ ਰਹੇ ਸੀ, ਉਹਨਾਂ ਨੇ ਜੋ ਦ੍ਰਿਸ਼ ਦੇਖਿਆ ਉਹ ਬਿਆਨ ਕੀਤਾ ਵੀ ਜਿਹੜੇ ਬਜ਼ੁਰਗ ਬਿਮਾਰ ਆ ਉਹ ਲੰਮੇ ਪਈ, ਉਹਨਾਂ ਨੂੰ ਰੋਟੀ ਪਾਣੀ ਖਵਾਈ ਜਾ ਰਿਹਾ, ਉਹ ਚੋਕਿੰਗ ਵੀ ਹੋ ਰਹੀ ਹੈ, ਚੋਕਿੰਗ ਹੋ ਕੇ ਉਹਨਾਂ ਦਾ ਖਾਣਾ ਫਸ ਰਿਹਾ, ਲੇਕਿਨ ਉਹਨਾਂ ਨੂੰ ਕੋਈ ਦੇਖ ਰੇਖ ਵਾਸਤੇ ਨਹੀਂ। ਦੇਖੋ ਕਿੰਨੀ ਭਿਆਨਕ ਸਿਚੁਏਸ਼ਨ ਹੈ। ਦੂਜਾ, ਇੱਕ ਬਜ਼ੁਰਗ ਦੀ ਚੂਲ ਟੁੱਟੀ ਹੋਈ ਆ, ਜਿਹਨੂੰ ਕਹਿੰਦੇ ਹਿਪ ਫ੍ਰੈਕਚਰ ਹੋਇਆ ਹੋਇਆ, ਕਿਸੇ ਨੂੰ ਚੇਤਾ ਨਹੀਂ ਵੀ ਉਹਦਾ ਕੀ ਕਰਨਾ। ਉਹਨਾਂ ਨੇ ਉਹਨੂੰ ਫਿਰ ਲੈ ਕੇ ਹਸਪੀਟਲ ਸ਼ਿਫਟ ਕੀਤਾ। ਕਾਫੀ ਬਜ਼ੁਰਗ ਏਦਾਂ ਦੇ ਸੀ ਜਿਨ੍ਹਾਂ ਦਾ ਟੱਟੀ ਔਰ ਪਿਸ਼ਾਬ ਬੈੱਡ 'ਚ ਹੀ ਹੈਗਾ ਸੀ, ਕਈ ਮਤਲਬ ਸਮੇਂ ਵਾਸਤੇ ਨਾ ਸਾਫ਼ ਸਫਾਈ ਨਾ ਕੋਈ ਦੇਖਣ ਆਇਆ। 3 ਮੀਲਸ ਉਹਨਾਂ ਨੂੰ ਚਾਹੀਦੀਆਂ, ਲੇਕਿਨ 3 ਮੀਲਸ ਵੀ ਪੂਰੀ ਤਰ੍ਹਾਂ ਫੀਡ ਨਹੀਂ ਕੀਤੀਆਂ ਜਾ ਰਹੀਆਂ ਸੀ। ਉੱਥੇ ਮੱਖੀਆਂ ਸਨ, ਕਾਕਰੋਚਿਸ ਸਨ, ਗੰਦਗੀ ਸੀ, ਔਰ ਜਿਹੜੇ ਸਟਾਫ ਕੰਮ ਕਰਦੇ ਆ ਉਹਨਾਂ ਦੀ ਨੌਲੇਜ ਇੰਪਰੋਪਰ ਸੀ। ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜਾਂ ਮਾਸਕ ਵਗੈਰਾ ਸਹੀ ਤਰ੍ਹਾਂ ਕਿੱਦਾਂ ਲਾਉਣਾ। ਉਹ ਗੁੱਸੇ ਵਿੱਚ ਸੀ, ਐਜੀਟੇਟਿਡ ਸੀ ਵੀ ਜਦੋਂ ਓਵਰਵਰਕ ਹੋਇਆ ਹੁੰਦਾ ਉਹਨਾਂ ਨੂੰ ਘੱਟ ਪੇ ਮਿਲੀ ਹੁੰਦੀ ਆ। ਦੂਜੇ ਕਾਫੀ ਬਜ਼ੁਰਗ ਆ, ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ ਵੀ ਇਹ ਤੰਗ ਨਾ ਕਰਨ, ਵੀ ਇਹ ਰੈਸਟ ਕਰ ਲੈਣ, ਸੋ ਲੈਣ, ਵੀ ਇਹ ਸਾਨੂੰ ਬਿਪਤਾ 'ਚ ਨਾ ਪਾਉਣ। ਬਜ਼ੁਰਗਾਂ ਨੇ ਕਿਹਾ ਵੀ ਅਸੀਂ ਏਦਾਂ ਫੀਲ ਕਰ ਰਹੇ ਹਾਂ ਵੀ ਜਿੱਦਾਂ ਅਸੀਂ ਜੇਲ੍ਹ 'ਚ ਜੀ ਰਹੇ ਹਾਂ ਔਰ ਸਾਡਾ ਕੋਈ ਹੱਕ ਨਹੀਂ ਹੈਗਾ। ਸੋ ਇਹਦੇ ਵਿੱਚ ਜਿਹੜਾ ਪਿਕਰਿੰਗ ਦਾ ਜਿਹੜਾ ਉਹਨਾਂ ਦਾ ਸੈਂਟਰ ਆ, ਜਿੱਥੇ 77 ਮੌਤਾਂ ਹੋ ਚੁੱਕੀਆਂ ਔਰ 200 ਅਜੇ ਵੀ ਪੋਜ਼ਿਟਿਵ ਕੇਸ ਹੈਗੇ ਆ, ਉਹਦੇ ਅਗੇਂਸਟ ਕਲਾਸ ਐਕਸ਼ਨ ਲਾਅ ਸੂਟ ਸਟਾਰਟ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨੇ। ਬਾਕੀ ਜਿਹੜੇ 4 ਹੋਰ ਏਰੀਆਸ ਹੈਗੇ ਆ, ਉਹਨਾਂ ਦੀ ਵੀ ਤਹਿਕੀਕਾਤ ਹੋ ਰਹੀ ਹੈ। ਮੇਰੇ ਖਿਆਲ ਨਾਲ ਉਹਨਾਂ ਦੇ ਅਗੇਂਸਟ ਵੀ ਲਾਅ ਸੂਟ ਆਊਗਾ। ਦੇਖੋ, ਇਹ ਜਿਹੜੇ ਕੇਅਰ ਹੋਮਸ ਹੈਗੇ ਆ, ਇਹਨਾਂ ਨੂੰ ਬਕਾਇਦਾ ਵਧੀਆ ਫੰਡਿੰਗ ਦਿੱਤੀ ਜਾਂਦੀ ਹੈ ਵੀ ਬਜ਼ੁਰਗਾਂ ਦੀ ਦੇਖ ਰੇਖ ਕਰਨੀ, ਲੇਕਿਨ ਕਿਉਂਕਿ ਇਹ ਪ੍ਰਾਈਵੇਟ ਰਨ ਹੈਗੇ ਆ, ਪ੍ਰੋਫਿਟ ਵਾਸਤੇ ਹੈਗੇ ਆ, ਤੇ ਇੱਥੇ ਉਹ ਐਮਪਲੋਏ ਕਰਦੇ ਆ ਜਿਹੜੇ ਐਮਪਲੋਇਰ ਸਭ ਤੋਂ ਘੱਟ ਵੇਜਸ 'ਚ ਕੰਮ ਕਰਨ। ਉਹਨਾਂ ਨੂੰ ਫਿਰ 3-3 4-4 ਘੰਟੇ ਦੀ ਜੌਬ ਦਿੰਦੇ ਤਾਂ ਕਿ ਉਹ ਪੱਕਿਆ ਨਾ ਹੋ ਸਕਣ, ਉਹਨਾਂ ਦੀ ਜਿਹੜੀ ਬੈਨੀਫਿਟਸ ਨਾ ਮਿਲੇ, ਡੈਂਟਲ, ਮੈਡੀਕਲ, ਫਾਰਮੇਸੀ ਜਾਂ ਜੋ ਵੀ ਹੁੰਦੀ ਐਕਸਟੈਂਡਡ ਹੈਲਥ ਬੈਨੀਫਿਟ, ਉਹ ਵਿਚਾਰੇ 2 ਜਾਂ 3 ਹੋਰ ਜੌਬਾਂ ਕਰਕੇ ਮਸਾਂ ਆਪਣਾ ਪਰਿਵਾਰ ਚਲਾਉਂਦੇ ਆ। ਦੂਜਾ, ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਤੀਜਾ, ਉਹਨਾਂ ਨੂੰ ਬਸ ਇੱਕ ਵਾਰੀ ਦਿਖਾਇਆ ਜਾਂਦਾ ਵੀ ਏਦਾਂ ਫੀਡ ਕਰਨਾ। ਉਹ ਆਪਣੀ ਜਿਵੇਂ ਉਹਨਾਂ ਦੇ ਵੀ ਕਸੂਰ ਨਹੀਂ ਆ। ਸੋ ਬੇਸਿਕਲ
ਸਾਨੂੰ ਇਹ ਸਿਸਟਮ ਓਵਰਹਾਲ ਕਰਨਾ ਪੈਣਾ। ਗਵਰਨਮੈਂਟ ਨੂੰ ਜਿਹੜੇ ਹੈਗੇ ਰੈਗੂਲੇਟਰਸ ਲੈ ਕੇ ਆਉਣੇ ਪੈਣੇ ਆ, ਇਹਨੂੰ ਰੈਗੂਲੇਟ ਕਰਨਾ ਪੈਣਾ। ਅਗਰ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਮੌਤਾਂ ਕੈਨੇਡਾ 'ਚ ਰੈਸੀਡੈਂਸ਼ੀਅਲ ਕੇਅਰ ਹੋਮ ਦੀਆਂ ਹੋਈਆਂ 79% ਤੋਂ ਜ਼ਿਆਦਾ, ਭਾਵੇਂ BC ਤੋਂ ਲੈ ਕੇ ਆਪਾਂ ਓਨਟਾਰੀਓ ਤੱਕ, ਭਾਵੇਂ ਕਿਊਬੈਕ ਤੱਕ ਦੇਖੀਏ। ਔਰ ਕਿਤੇ ਨਾ ਕਿਤੇ ਇਸ ਏਰੀਏ ਦੇ ਵਿੱਚ ਕੰਮ ਕਰਨ ਵਾਲਾ ਹੈਗਾ, ਔਰ ਇਹਦੇ ਤੋਂ ਤੁਹਾਨੂੰ ਸਿੱਖ ਕੇ ਅਸੀਂ ਇੰਪਰੂਵ ਜ਼ਰੂਰ ਹੋਵਾਂਗੇ। ਔਰ ਮੈਨੂੰ ਇਦਾਂ ਲੱਗਦਾ ਵੀ ਪ੍ਰੋਫਿਟ ਵਾਲੇ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ ਆ ਉਹ ਬੰਦ ਕਰ ਦੇਣੇ ਚਾਹੀਦੇ ਆ। ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੋਣਾ ਚਾਹੀਦਾ। ਤੁਸੀਂ ਦੇਖੋ ਇੱਕ ਮਿਸਾਲ ਹੈਗੀ ਆ ਚਰਨਪਾਲ ਗਿੱਲ ਉਹਨਾਂ ਨੇ ਜਿਹੜੀ ਸਥਾਪਿਤ ਕੀਤੀ ਆ ਪਿਕਸ ਦੀ, ਉਹ ਨਾਨ ਪ੍ਰੋਫਿਟ ਹੈਗਾ। ਔਰ ਉਹਦੇ ਵਿੱਚ ਦੇਖੋ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਪਿਕਸ ਦੇ ਵਿੱਚ, ਕਿਉਂਕਿ ਉਹਦੇ ਵਿੱਚ ਜਿੰਨਾ ਵੀ ਉਹ ਪੈਸਾ ਹੈਗਾ ਉਹ ਬਜ਼ੁਰਗਾਂ ਤੇ ਖਰਚਿਆ ਜਾਂਦਾ। ਸਟਾਫ ਐਜੂਕੇਟਿਡ ਹੈ, ਬਕਾਇਦਾ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ। ਜੇ ਬੇਨ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਕੋਆਰਡੀਨੇਟਰ ਹੈਗੇ ਜਿਹੜੇ ਟੀਚਿੰਗ ਵਾਸਤੇ, ਮੈਂ ਵੀ, ਡਾਕਟਰ ਚੀਮਾ ਵੀ, ਹੋਰ ਵੀ ਡਾਕਟਰ ਜਾਣਦੇ ਆ, ਉਹਨਾਂ ਨੇ ਹਰ ਮਹੀਨੇ ਕੋਈ ਨਾ ਕੋਈ, ਚਲੋ ਹੁਣ ਤਾਂ ਕੋਵਿਡ ਕਰਕੇ ਨਹੀਂ ਆ ਰਹੇ, ਉਹਨਾਂ ਨੇ ਐਜੂਕੇਸ਼ਨ ਦੇ ਸੈਮੀਨਾਰ ਰੱਖੇ ਹੁੰਦੇ ਆ। ਕਲੀਨਿਨੈਸ ਇੰਨੀ ਵਧੀਆ, ਸਿੰਗਲ ਰੂਮ 'ਚ ਹੈਗੇ ਆ। ਸੋ ਸਾਨੂੰ ਇਹਦੇ ਵਿੱਚ ਨਾ ਜ਼ਿਆਦਾ ਫੋਕਸ ਕਰਨੀ ਚਾਹੀਦੀ ਆ। ਜਿਹੜੇ ਨਾਨ ਪ੍ਰੋਫਿਟ ਵਾਲੇ ਹੋਣ, ਜਿਹੜੇ ਵੀ ਅਦਾਰੇ ਬਕਾਇਦਾ ਹੀ ਬਜ਼ੁਰਗਾਂ ਦੀ ਸੇਵਾ ਵਿੱਚ ਸਥਾਪਿਤ ਹੋ ਰਹੇ ਆ। ਸੋ ਇਹਨੇ ਇੱਕ ਕਿਸਮ ਦਾ ਮੈਨੂੰ ਕਾਫੀ ਫੋਨ ਕਾਲ ਆਏ ਬੰਬੇ ਤੋਂ ਵੀ ਤੁਹਾਡੀ ਕੰਟਰੀ 'ਚ ਕੀ ਹੋ ਰਿਹਾ ਬਜ਼ੁਰਗਾਂ ਦਾ। ਤੁਸੀਂ ਦੇਖੋ ਹਿੰਦੁਸਤਾਨ 'ਚ ਵੀ ਬਹੁਤ ਘੱਟ ਰੈਸੀਡੈਂਸ਼ੀਅਲ ਕੇਅਰ ਹੋਮ, ਕੁਝ ਸਿਟੀਜ਼ 'ਚ ਹੈਗੇ ਆ। ਭਾਵੇਂ ਗਰੀਬ ਵੀ ਇਨਸਾਨ ਹੋਏ ਤਾਂ ਵੀ ਬਜ਼ੁਰਗ ਦੀ ਆਪਾਂ ਸੇਵਾ ਜਾਂ ਦੇਖਭਾਲ ਕਰਦੇ ਹਾਂ। ਸਾਡਾ ਕਲਚਰ ਹੈਗੀ, ਸਾਡੀ ਸਭਿਅਤਾ ਹੈਗੀ ਆ, ਸਾਡੀ ਸੰਸਕ੍ਰਿਤੀ ਹੈਗੀ ਆ। ਸੋ ਸਾਨੂੰ ਉਹ ਵੈਲਿਊਸ ਲੈ ਕੇ ਆਉਣੇ ਚਾਹੀਦੇ, ਕਿਉਂਕਿ ਇਹੀ ਬਜ਼ੁਰਗ ਅੱਜ ਤੋਂ 50-60 ਸਾਲ ਪਹਿਲਾਂ ਇੱਕ ਕੰਟਰੀ ਨੂੰ ਚਲਾਉਣ 'ਚ ਆਪਣਾ ਯੋਗਦਾਨ ਦੇ ਰਹੇ ਸੀ। ਉਹਨਾਂ ਨੇ ਟੈਕਸਿਸ ਭਰੇ ਹੋਏ ਆ, ਉਹਨਾਂ ਨੇ ਮਿਹਨਤਾਂ ਕੀਤੀਆਂ ਹੋਈਆਂ, ਤੇ ਹੁਣ ਉਹਨਾਂ ਦਾ ਜਿਹੜਾ ਅਖੀਰਲਾ ਟਾਈਮ ਆ ਉਹ ਆਪਾਂ ਰੋਲੀਏ ਨਾ, ਤੇ ਬਕਾਇਦਾ ਉਹਨਾਂ ਦੀ ਸੇਵਾ ਤੇ ਆਪਾਂ ਜੁਟੀਏ। ਔਰ ਜਿਹੜੀ ਕੈਨੇਡੀਅਨ ਆਰਮ ਫੋਰਸ ਨੇ ਰਿਪੋਰਟ ਦੱਸੀ ਆ, ਇਹ ਵਾਕਈ ਇੱਕ ਦਰਦਨਾਕ ਘਟਨਾ ਹੈਗੀ ਆ ਜਿਹੜੀ ਸਾਡੇ ਸੋਇਲ ਦੇ ਉੱਤੇ ਵਾਪਰੀ ਆ। ਔਰ ਸਾਨੂੰ ਇਹ 'ਚੋਂ ਸਿੱਖ ਕੇ ਇੰਪਰੂਵਮੈਂਟ ਕਰਨਾ ਚਾਹੀਦਾ। ਡਾਕਟਰ ਸਾਹਿਬ ਬ੍ਰਿਟਿਸ਼ ਕੋਲੰਬੀਆ, ਜੀ ਪਲੀਜ਼। ਹਾਂਜੀ, ਬ੍ਰਿਟਿਸ਼ ਕੋਲੰਬੀਆ 'ਚ ਡਾਕਟਰ ਬੌਨੀ ਹੈਨਰੀ ਕਹਿੰਦੇ ਆ ਵੀ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਮੈਂ ਰਿਪੋਰਟ ਨਹੀਂ ਕੀਤੀ ਵੀ ਅੱਜ ਕੋਈ ਡੈਥ ਹੋਈ ਆ। ਦੇਖੋ ਸਿਰਫ 7 ਲੋਕ ICU 'ਚ ਹੈਗੇ। ਜਦੋਂ ICU 'ਚ ਕੋਵਿਡ ਵਾਲਾ ਜਾਂਦਾ, ਉਹਦਾ BC ਦੇ ਵਿੱਚ ਕਰੀਬਨ 60-65% ਚਾਂਸ ਆ ਵੀ ਉਹ ਨਹੀਂ ਸਰਵਾਈਵ ਹੋਗਾ, 30-40% ਚਾਂਸ ਹੈਗਾ ਵੀ ਸਰਵਾਈਵ ਵੀ ਹੋ ਜਾਊਗਾ। ਚਲੋ ਜਿਹੜੇ 7 ਆ ਅਸੀਂ ਐਂਟੀਸਪੇਟ ਕਰੀਏ, ਉਹਦੇ ਵਿੱਚੋਂ 3-4 ਜਿਹੜੀਆਂ ਫੋਰਕਾਸਟ 'ਚ ਮੌਤਾਂ ਹੈਗੀਆਂ। ਲੇਕਿਨ ਅਗਰ ਆਪਾਂ ਦੇਖੀਏ ਤੇ ICU ਦੇ ਨੰਬਰ ਬਹੁਤ ਘੱਟ ਗਏ ਆ, ਐਡਮਿਸ਼ਨ ਦੇ ਨੰਬਰ ਬਹੁਤ ਘੱਟ ਗਏ। ਸਿਰਫ 300 ਲੋਕ ਹੈਗੇ ਜਿਹੜੇ ਇਸ ਰੋਗ ਤੋਂ ਪੀੜਿਤ ਆ, ਔਰ ਬਹੁਤੇ ਸਾਰੇ ਘਰ ਬੈਠੇ ਜਿਹੜੇ ਬਿਲਕੁਲ ਠੀਕ ਆ। 83% BC ਦੀ ਜਿਹੜੀ ਕੋਵਿਡ ਦੇ ਜਿਹੜੇ ਵਿਅਕਤੀ ਸੀ ਉਹ ਰਿਕਵਰ ਹੋ ਚੁੱਕੇ ਆ। ਕੈਨੇਡਾ ਦੇ ਵਿੱਚ ਕਰੀਬਨ 60% ਰਿਕਵਰ ਹੋ ਚੁੱਕੇ ਆ। ਸੋ ਇਹਦੇ ਵਿੱਚ ਸਾਡੇ ਇੱਥੇ ਤਾਂ ਠੀਕ ਠਾਕ ਹੈਗਾ। ਟਰਬਲ ਬ੍ਰਾਜ਼ੀਲ 'ਚ ਬਹੁਤ ਜ਼ਿਆਦਾ ਵੱਧ ਰਹੀ ਆ, ਬ੍ਰਾਜ਼ੀਲ ਦੇ ਨੰਬਰ ਵੱਧ ਰਹੇ ਆ, ਮੌਤਾਂ ਵੱਧ ਰਹੀਆਂ। ਬ੍ਰਾਜ਼ੀਲ ਦਾ ਜਿਹੜਾ ਉਹਨਾਂ ਦਾ ਨਾ ਨੇਟਿਵ ਪੋਪੂਲੇਸ਼ਨ ਆ, ਜਿਹੜਾ ਇੰਡੀਜੀਨਸ ਪੋਪੂਲੇਸ਼ਨ ਆ, ਉਹ 2 ਤੋਂ 3 ਵਾਰੀ ਜ਼ਿਆਦਾ ਅਫੈਕਟਡ ਹੈ ਤੇ ਜ਼ਿਆਦਾ ਮੌਤਾਂ ਹੋ ਰਹੀਆਂ। ਮੇਬੀ ਉਹਨਾਂ ਨੂੰ ਇਹ ਕਦੀ ਵੀ ਵਾਇਰਸ ਪਹਿਲਾਂ ਐਕਸਪੋਜ਼ ਨਾ ਹੋਇਆ ਹੋਏ, ਮੇਬੀ ਉਹਨਾਂ ਦੇ ਕੋਈ ਜੈਨੇਟਿਕ ਪ੍ਰੋਬਲਮ ਆ, ਜਾਂ ਉਹਨਾਂ ਨੂੰ ਡਾਇਬਟੀਸ ਆ, ਜਾਂ ਉਹਨਾਂ ਦੇ ਕੋਲ ਇੰਨੇ ਰਿਸੋਰਸਿਸ ਨਹੀਂ ਆ। ਹਿੰਦੁਸਤਾਨ ਦੇ ਵਿੱਚ ਵੀ ਕੇਸਿਸ ਬਹੁਤ ਜੰਪ ਹੋ ਰਹੇ ਆ। ਸਭ ਤੋਂ ਜ਼ਿਆਦਾ ਬੰਬੇ, ਜਿਹੜੀ ਮੇਰੀ ਜਨਮ ਭੂਮੀ ਹੈਗੀ, ਜਿੱਥੇ ਮੈਂ ਮੁੱਢਲੇ ਆਪਣੇ ਸਾਲ ਬਿਤਾਏ ਆ, ਕਿਉਂਕਿ ਉੱਥੇ ਸਲਮ ਏਰੀਆ ਤੋਂ ਬਹੁਤ ਆ ਰਹੇ ਆ, ਬੈਡਸ ਦੀ ਸ਼ਾਰਟੇਜ ਪਈ ਹੋਈ ਆ, ਕੋਪ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਅਹਿਮਦਾਬਾਦ ਔਰ ਬੰਬੇ, ਇਹ 2 ਬਿਗ ਸਿਟੀਜ਼ ਆ ਜਿਹਦੇ ਸਭ ਤੋਂ ਜ਼ਿਆਦਾ ਕੋਵਿਡ ਦਾ। ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਕੁਝ ਹਫ਼ਤੇ ਤੱਕ ਉੱਥੇ ਅਜੇ ਕੇਸ ਵੱਧ ਕੇ ਫੇਰ ਹੀ ਥੱਲੇ ਨੂੰ ਆਣਗੇ। ਡਾਕਟਰ ਸਾਹਿਬ 2 ਸਾਡੇ ਸਾਹਮਣੇ ਮਾਡਲ ਆ ਰਹੇ ਆ ਸਕੂਲਾਂ ਦੇ ਮਾਮਲੇ ਦੇ ਵਿੱਚ। ਸਾਊਥ ਕੋਰੀਆ ਦੇ ਵਿੱਚ ਸਕੂਲ ਖੁੱਲ੍ਹ ਰਹੇ ਨੇ, ਪਰ ਉਹਨਾਂ ਨੇ ਜਿਹੜਾ ਉਹ ਗਲਾਸ ਦੀ ਪਲਾਸਟਿਕ ਦੀਆਂ ਸ਼ੀਟਸੀਆਂ ਲਾ ਕੇ ਸੈਪਰੇਟ ਸਾਰਿਆਂ ਨੂੰ ਕਰ ਦਿੱਤਾ ਬੱਚਿਆਂ ਨੂੰ। ਫਿਲੀਪੀਨ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਆ ਕਿ ਜਿੰਨਾ ਚਿਰ ਕੋਵਿਡ-19 ਦੀ ਵੈਕਸੀਨ ਨਹੀਂ ਆਉਂਦੀ ਅਸੀਂ ਸਕੂਲ ਨਹੀਂ ਖੋਲ੍ਹਣੇ। ਸਾਡੇ ਇੱਥੇ ਵਿੱਚ ਵਿਚਾਲਾ ਅੱਧ ਪਚੱਧ ਖੁੱਲ੍ਹ ਰਿਹਾ। ਸਾਡੇ ਫੇਸਬੁੱਕ ਦੇ ਉੱਤੇ ਅਸੀਂ ਜਦੋਂ ਇਸ ਵੇਲੇ ਲਾਈਵ ਆ, ਕਰਨੈਲ ਸਿੰਘ ਹੁਣੀ ਦੱਸ ਰਹੇ ਆ ਕਿ ਆਸਟ੍ਰੇਲੀਆ ਦੇ ਵਿੱਚ ਸਕੂਲ ਖੁੱਲ੍ਹ ਗਏ ਆ। ਤੁਹਾਨੂੰ ਕੀ ਲੱਗਦਾ ਕਿ ਕਿਹੜਾ ਮਾਡਲ ਫੋਲੋ ਕੀਤਾ ਜਾਊਗਾ, ਜਿੱਥੇ ਬਿਲਕੁਲ ਵੈਕਸੀਨ ਆਉਣ ਤੋਂ ਪਹਿਲਾਂ ਸਕੂਲ ਨਹੀਂ ਖੋਲ੍ਹਣੇ, ਜਾਂ ਇਸ ਵੇਲੇ ਸਾਡੇ ਕੋਲ ਜਿਹੜੀ ਉਦਾਹਰਨ ਹੈਗੀ ਕੁਝ ਦੇਸ਼ਾਂ ਦੀ ਕਿ ਪ੍ਰੀਕਾਸ਼ਨਸ ਦੇ ਨਾਲ ਸਕੂਲ ਖੋਲ੍ਹੇ ਜਾ ਰਹੇ ਆ? ਦੇਖੋ ਜਸਕਰਨ ਜੀ, ਵੈਕਸੀਨ ਆਉਣ ਨੂੰ ਭਾਵੇਂ ਅਗਰ ਆਪਾਂ ਲੱਕੀ ਹੋਈਏ ਵੀ ਵੈਕਸੀਨ ਵਾਕਈ ਹੀ ਆਊਗੀ, ਉਹਨੂੰ 12 ਤੋਂ 18 ਮਹੀਨੇ ਪਏ ਹੋਏ, ਔਰ 12 ਤੋਂ 18 ਮਹੀਨੇ ਬਹੁਤ ਲੰਬਾ ਟਾਈਮ ਹੈਗਾ। ਡਾਕਟਰ ਬੌਨੀ ਹੈਨਰੀ ਜਿਹੜੀ ਸਾਨੂੰ ਬਹੁਤ ਸੋਹਣੀ ਗਾਈਡੈਂਸ ਦੇ ਰਹੇ ਬ੍ਰਿਟਿਸ਼ ਕੋਲੰਬੀਆ 'ਚ, ਉਹਨਾਂ ਨੇ ਜਦ ਦੇਖਿਆ ਵੀ ਕਰੀਬਨ 5,500 ਬੱਚਾ
ਜਦੋਂ ਲੋਕਡਾਊਨ ਸੀ ਉਦੋਂ ਵੀ ਸਕੂਲਾਂ 'ਚ ਜਾ ਰਿਹਾ ਸੀ, ਕਿਉਂਕਿ ਉਹਨਾਂ ਦੇ ਮਾਪੇ ਫਰੰਟ ਲਾਈਨ ਵਰਕਰ ਸੀ, ਭਾਵੇਂ ਉਹ ਹੈਲਥ ਦੇ ਵਿੱਚ ਸੀ, ਗਰੋਸਰੀ ਟਰੱਕਿੰਗ ਜੋ ਵੀ ਉਹਨਾਂ ਦਾ ਕਿੱਟ ਸੀ, ਵੀ ਉਹ ਐਸੈਂਸ਼ੀਅਲ ਵਰਕਰ 'ਚ ਉਹਨਾਂ ਦੇ ਵਿੱਚ 0 ਕੇਸਿਸ ਪਾਏ ਗਏ ਜਿਹੜੇ ਬੱਚੇ ਸਕੂਲ ਗਏ। ਸੋ ਆਲਰੇਡੀ ਡੇਟਾ ਹੈਗਾ। ਅਸੀਂ ਮੰਨਦੇ ਹਾਂ ਰਿਸਕ ਹੈਗਾ। ਰਿਸਕ ਦੇਖੋ ਇੱਦਾਂ ਕਦੀ 0 ਤੇ ਨਹੀਂ ਜਾਊਗਾ, ਕਿਉਂਕਿ ਇਹ ਜਿਹੜੀ ਪੈਂਡੇਮਿਕ ਆ, ਅੱਜ ਹੀ WHO ਨੇ ਸਟੇਟਮੈਂਟ ਦਿੱਤੀ ਆ ਵੀ ਇੱਥੇ ਕੇਸਿਸ ਘਟਨੇ ਸ਼ੁਰੂ ਹੋ ਗਏ ਆ। ਇਹਦਾ ਮਤਲਬ ਇਹ ਨਹੀਂ ਵੀ ਪੈਂਡੇਮਿਕ ਖਤਮ ਹੋ ਗਿਆ। ਅਜੇ ਪੈਂਡੇਮਿਕ ਤਾਂ ਪਈ ਹੋਈ ਆ, ਫਸਟ ਵੇਵ ਇਹਦਾ ਚੱਲ ਰਿਹਾ। ਅਜੇ ਫਸਟ ਵੇਵ ਬ੍ਰਾਜ਼ੀਲ 'ਚ ਵੀ ਆ, ਇੰਡੀਆ 'ਚ ਵੀ ਆ, ਸ਼ਾਇਦ ਅਫਰੀਕਨ ਕੰਟਰੀਜ਼ 'ਚ ਵੀ ਜਾਊਗਾ ਹੋਰ। ਸੋ ਇਹਦੇ ਵਿੱਚ ਕਦੀ ਨਾ ਕਦੀ ਤਾਂ ਸਾਨੂੰ ਅਦਾਰੇ ਖੋਲਣੇ ਪੈਣੇ ਆ। ਅੱਜ ਵੀ ਮੈਂ ਆਫਿਸ ਗਿਆ ਔਰ ਮੈਂ 50-60% ਵਰਚੁਅਲ ਕੰਮ ਕੀਤਾ ਔਰ 40% ਆਏ। ਔਰ ਸਾਰਿਆਂ ਨੂੰ ਮੈਂ ਪੁੱਛਿਆ, ਮੈਂ ਆਪਣੀ ਵੀ ਸਰਵੇ ਕੀਤੀ ਔਰ ਮੇਰੇ ਪੇਸ਼ੈਂਟਸ ਦੇ ਵਿੱਚ 100% ਨੇ ਕਿਹਾ ਅਸੀਂ ਬੱਚੇ ਨਹੀਂ ਭੇਜਾਂਗੇ। ਮਤਲਬ ਸਾਡੇ ਪੈਰੈਂਟਸ ਜਿਹੜੇ ਆ ਉਹ ਬਹੁਤ ਜ਼ਿਆਦਾ ਕੌਸ਼ੀਅਸ ਹੈ। ਮੈਂ ਉਹਨਾਂ ਨੂੰ ਕਿਹਾ ਵੀ ਜੂਨ ਤੋਂ ਖੁੱਲ ਰਹੇ ਸਕੂਲ, ਵੀ ਤੁਸੀਂ ਭੇਜੋਗੇ? ਉਹ ਕਹਿੰਦੇ ਨਹੀਂ ਭੇਜਣੇ ਅਸੀਂ ਇਹ ਸਭ। ਸੋ ਕਾਫੀ ਪੈਰੈਂਟਸ ਨੇ ਆਪਣਾ ਡਿਸੀਜਨ ਬਣਾ ਲਿਆ। ਲੇਕਿਨ ਮੈਂ ਕਹਿੰਦਾ ਵੀ ਸਕੂਲੇ ਜਦੋਂ ਬੱਚੇ ਜਾਂਦੇ ਆ ਉਹਨਾਂ ਨੂੰ ਹੈਂਡ ਵਾਸ਼ਿੰਗ ਸਿਖਾਈ ਜਾਊਗੀ, ਫਿਜ਼ੀਕਲ ਡਿਸਟੈਂਸ ਰਹੂਗਾ, ਉਹ ਆਪਣਾ ਮਾਸਕ ਲੈ ਕੇ ਆ ਸਕਦੇ, ਗੋਗਲਸ ਲੈ ਕੇ ਆ ਸਕਦੇ ਆ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਵੀ ਲੈ ਕੇ ਆ ਸਕਦੇ ਆ। ਰਿਸਕ ਬਹੁਤ ਲੋ ਆ, ਲੇਕਿਨ ਰਿਸਕ 0 ਕਦੀ ਵੀ ਨਹੀਂ ਹੋਏਗਾ। ਈਵਨ ਹੁਣ ਆਪਾਂ ਜਿਹੜੇ ਲੋਕਡਾਊਨ ਤੋਂ ਫੇਜ਼ 2 ਤੇ ਆਏ ਆ, ਸੋ ਫਾਰ ਹਫਤਾ ਲੰਘ ਗਿਆ, ਕੇਸਿਸ ਨਹੀਂ ਵਧੇ, ਲੇਕਿਨ ਸਾਨੂੰ ਐਕਚੁਅਲੀ 1-2 ਹਫ਼ਤੇ ਬਾਅਦ ਹੋਰ ਪਤਾ ਲੱਗੂਗਾ ਵੀ ਉਸ ਫੇਜ਼ 2 ਚ ਆਉਣ ਤੋਂ ਬਾਅਦ ਵੀ ਕੇਸਿਸ ਵਧੇ ਕਿ ਨਹੀਂ ਵਧੇ। ਔਰ ਅਗਰ ਵਧਦੇ ਆ, ਲੈਟਸ ਸੇ ਵਧਦੇ ਆ, ਅਸੀਂ ਕੋਪ ਕਰ ਸਕਦੇ ਆ ਨਾ। ਜਿਹੜਾ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਕੋਵਿਡ ਉਦਾਂ ਵੀ ਬਹੁਤ ਘੱਟ ਹੈਗਾ, ਉਹਦਾ ਰਿਸਕ ਘੱਟ ਆ, ਉਹਦੀ ਇਨਸੀਡੈਂਸ ਘੱਟ ਆ। ਮਸਾ 3% ਸਾਨੂੰ ਰਿਪੋਰਟਿੰਗ ਮਿਲ ਰਹੀ ਹੈ ਨਾਰਥ ਅਮਰੀਕਾ 'ਚ ਵੀ ਬੱਚੇ ਇਨਫੈਕਟ ਹੁੰਦੇ। ਹਾਂ, ਮੈਂ ਜਦੋਂ ਸ਼ੇਅਰ ਕੀਤੀ ਸੀ ਉਹ ਰੇਅਰ ਸਿੰਡਰੋਮ ਸੀ। ਕੁਝ ਬੱਚਿਆਂ ਦੇ ਵਿੱਚ ਜਿਹੜਾ ਇਮਿਊਨ ਸਿਸਟਮ ਹੈ ਹਾਈਪਰ ਮੋਡ 'ਚ ਚਲਾ ਗਿਆ, ਜਿਹਦੇ ਵਿੱਚ ਮਲਟੀ ਆਰਗਨ ਇਨਫਲੇਮੇਸ਼ਨ ਹੋਇਆ, ਉਹ ਰੇਅਰ ਕੰਡੀਸ਼ਨ ਹੈ। ਲੇਕਿਨ ਆਮ ਜਿਹੜਾ ਬੱਚਾ ਹੈਗਾ ਉਹ ਬਹੁਤ ਲੋ ਰਿਸਕ 'ਚ ਹੈਗਾ। ਸੋ ਅਗੇਨ ਫਿਰ ਪੈਰੈਂਟਸ ਨੂੰ ਫੋਰਸ ਨਹੀਂ ਕੀਤਾ ਜਾ ਰਿਹਾ, ਪੈਰੈਂਟਸ ਨੂੰ ਚੋਇਸ ਦਿੱਤੀ ਜਾ ਰਹੀ ਹੈ ਵੀ ਦੇਖੋ ਸਕੂਲ ਖੁੱਲੇ ਆ, ਜਿਹੜੇ 6ਵੀਂ ਤੋਂ ਥੱਲੇ ਆ ਬੱਚੇ ਗ੍ਰੇਡ ਤੋਂ, ਉਹ 2 ਦਿਨ ਜਾਇਆ ਕਰਨਗੇ, ਤੇ ਦੂਜੇ ਜਿਹੜੇ ਵੱਡੇ ਗ੍ਰੇਡ 'ਚ ਉਹ 1 ਦਿਨ ਜਾਇਆ ਕਰਨਗੇ। ਉਹ ਰਹਿ ਗਏ 3-4 ਹਫ਼ਤੇ ਜੂਨ ਤੋਂ, ਉਹਦੇ ਤੇ ਜਿਹੜਾ ਹੈਗਾ ਇਹ ਪੈਰੈਂਟਸ ਨੂੰ ਡਿਸੀਜਨ ਲੈਣਾ ਪੈਣਾ। ਮੇਰੇ ਖਿਆਲ ਨਾਲ ਸਾਡਾ ਜਿਹੜਾ ਮਾਡਲ ਹੈਗਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ, ਇਹ ਸਹੀ ਮਾਡਲ ਹੈਗਾ। ਲੇਕਿਨ ਪੈਰੈਂਟਸ ਕਿਉਂਕਿ ਬਹੁਤ ਡਰੇ ਹੋਏ ਆ, ਇਸ ਲਈ ਪੈਰੈਂਟਸ ਨੇ ਆਪਸ਼ਨ ਰੱਖੀ ਹੋਈ ਆ ਵੀ ਅਸੀਂ ਹੁਣ ਸੈਪਟੈਂਬਰ ਤੋਂ ਭੇਜਣਾ, ਉਹ ਵੀ ਠੀਕ ਆ। ਹੁਣ ਦੂਜੇ ਪਾਸੇ ਜਿਹੜਾ ਮਾਡਲ ਹੈਗਾ ਵੀ ਨਹੀਂ ਜੀ ਜਦ ਤੱਕ ਵੈਕਸੀਨ ਨਹੀਂ ਆਊਗੀ ਅਸੀਂ ਨਹੀਂ ਭੇਜਣਾ, ਮੇਰੇ ਖਿਆਲ ਨਾਲ ਉਹ ਗਲਤ ਮਾਡਲ ਹੈ। ਕਿਉਂਕਿ ਅਗਰ 18 ਮਹੀਨੇ ਬੱਚਾ ਘਰ ਬੈਠਾ, ਉਹ ਠੀਕ ਹੈ, ਵਰਚੁਅਲ ਲਰਨਿੰਗ ਥੋੜੀ ਬਹੁਤ ਕਰ ਲੂਗਾ, ਲੇਕਿਨ ਬੱਚੇ ਨੂੰ ਬੱਚੇ ਦਾ ਸੰਗ ਚਾਹੀਦਾ, ਉਹਨੂੰ ਸੋਸ਼ਲ ਜਿਹੜੀ ਹੈਗੀ ਲਰਨਿੰਗ ਚਾਹੀਦੀ ਹੈ, ਟੀਚਰ ਜਿਹੜੀ ਹੈਗੀ ਆ ਕਲਾਸਰੂਮ 'ਚ ਉਹ ਸਟਰਕਚਰ ਚਾਹੀਦਾ। ਸੋ ਐਕਸਟ੍ਰੀਮਸ ਦੋਵੇਂ ਠੀਕ ਨਹੀਂ ਹੈਗੇ, ਵਿੱਚ ਵਿਚਾਲੇ ਸਾਨੂੰ ਸਮਝੌਤਾ ਕਰਨਾ ਚਾਹੀਦਾ। ਡਾਕਟਰ ਸਾਹਿਬ, ਜਿਹੜਾ ਇਸ ਵੇਲੇ ਇੱਕ ਹੋਰ ਵੱਡਾ ਸਵਾਲ ਸਾਡੇ ਸਾਹਮਣੇ ਆ ਰਿਹਾ ਇਹ ਸਾਰੇ ਕੋਵਿਡ-19 ਦੇ ਮਾਮਲੇ ਨੂੰ ਲੈ ਕੇ, ਕਿ ਜਿਹੜੀ ਵੈਕਸੀਨ ਆ ਇਹ ਲੋਕਾਂ ਨੂੰ ਅਜੇ ਸਮਝ ਨਹੀਂ ਆ ਰਿਹਾ ਵੀ ਜਿੱਦਾਂ ਅੱਜ ਇੱਕ ਖਬਰ ਆਈ ਸੀ ਕਿ ਜਿਹੜੀ ਮਰਕਸ ਸ਼ਾਇਦ ਕੰਪਨੀ ਆ MERCKS ਉਹ ਸ਼ਾਮਲ ਹੋ ਗਈ ਆ ਇਹਦੇ ਵਿੱਚ, ਹੁਣ ਉਹਨੇ ਵੀ ਲੱਭਣੀ ਸ਼ੁਰੂ ਕਰ ਦਿੱਤੀ ਆ ਵੈਕਸੀਨ। ਇਹ ਸਾਰੀਆਂ ਕੰਪਨੀਆਂ ਕੀ ਅਲੱਗ-ਅਲੱਗ ਆਪਣੇ ਲੈਵਲ 'ਤੇ ਮਤਲਬ ਫਾਈਜ਼ਰ ਆ ਜਾਂ ਕੋਈ ਹੋਰ ਆ, ਉਹ ਆਪਣੇ ਲੈਵਲ 'ਤੇ ਵੈਕਸੀਨ ਲੱਭ ਰਹੀਆਂ, ਜਾਂ ਜਿਸ ਕੰਟਰੀ ਦੇ ਵਿੱਚ ਹੈ ਵੀ ਅਮਰੀਕਾ ਆਪਣੀਆਂ ਕੰਪਨੀਆਂ ਨੂੰ ਸਪੋਰਟ ਕਰ ਰਿਹਾ, ਕੈਨੇਡਾ ਆਪਣੀਆਂ ਕੰਪਨੀਆਂ ਨੂੰ ਸਪੋਰਟ ਕਰ ਰਿਹਾ, ਤੇ ਜਿਹੜੀ ਇਹ ਸਾਰੀ ਦੁਨੀਆ ਦੇ ਵਿੱਚ ਰਿਸਰਚ ਹੋ ਰਹੀ ਆ ਕੀ ਇਹ ਇੱਕ ਦੂਜੇ ਨਾਲ ਡਾਟਾ ਸਾਂਝਾ ਕਰਦੇ ਆ ਵੀ ਅਸੀਂ ਹੁਣ ਕਿੱਥੇ ਕੁ ਪਹੁੰਚ ਗਏ, ਜਾਂ ਹਰ ਇੱਕ ਕੰਪਨੀ ਆਪਣਾ ਡਾਟਾ ਲੁਕੋ ਕੇ ਰੱਖੂਗੀ ਕਿ ਪਹਿਲਾਂ ਅਸੀਂ ਇਹਦੀ ਖੋਜ ਕਰਕੇ ਪੈਸੇ ਕਮਾ ਲਈਏ? ਇਹਦਾ ਹਿਸਾਬ ਕਿਤਾਬ ਕਿੱਦਾਂ ਹੁੰਦਾ ਜੀ? ਇਹ ਬਹੁਤ ਵਧੀਆ ਕੁਐਸਚਨ ਹੈਗਾ ਜਸਕਰਨ ਜੀ, ਔਰ ਕਿਉਂਕਿ ਮੈਂ ਹੈਲਥ ਕੇਅਰ ਇੰਡਸਟਰੀ 'ਚ ਹੈਗਾ, ਚਲੋ ਮੈਂ ਇਹਦਾ ਜਵਾਬ ਤੁਹਾਨੂੰ ਹੁਣ ਸਹੀ ਦੱਸਦਾ। 10 ਬੰਦੇ ਆ, ਉਹਨਾਂ ਨੇ ਰੇਸ 'ਚ ਦੌੜਨਾ। ਹੁਣ ਹਰ ਇੱਕ ਬੰਦਾ ਆਪਣੀ ਆਪਣੀ ਪ੍ਰਿਪਰੇਸ਼ਨ ਕਰਕੇ ਆ ਰਿਹਾ, ਲੇਕਿਨ ਕੋਈ ਵੀ ਬੰਦਾ ਕਿਸੇ ਨਾਲ ਕਮਿਊਨੀਕੇਟ ਨਹੀਂ ਕਰਦਾ। ਸਾਰੇ ਕਹਿੰਦੇ ਆ ਵੀ ਮੇਰੇ ਕੋਲ ਕੋਚ ਹੈਗਾ, ਮੇਰੇ ਕੋਲ ਨਿਊਟ੍ਰੀਸ਼ਨਿਸਟ ਹੈਗਾ, ਮੇਰੇ ਕੋਲ ਥੈਰੇਪਿਸਟ ਹੈਗਾ, ਮੇਰੇ ਕੋਲ ਸਾਈਕੋਲੋਜਿਸਟ ਹੈਗਾ, ਲੇਕਿਨ ਕੋਈ ਨਹੀਂ ਦੱਸ ਰਿਹਾ ਵੀ ਅੰਦਰੋਂ ਕੀ ਆ। ਸੋ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਇਹ ਕਹਿੰਦੀਆਂ ਤੇ ਹੈਗੀਆਂ ਵੀ ਅਸੀਂ ਮੈਸੇਂਜਰ RNA ਦੇ ਥਰੂ ਜਿਹੜਾ ਹੈਗਾ 1273 ਉੱਤੇ ਕਰ ਰਹੇ, ਜਿਹੜੀ ਮੋਡਰਨਾ ਦੀ ਸੀ, ਜਿਹੜੀ ਕੈਨੇਡਾ ਦੀ ਹੈਗੀ ਸੰਧੀ ਕੈਨਸਾਈਨੋ ਬਾਇਓਲੋਜਿਕ ਬੀਜਿੰਗ ਦੀ ਕੰਪਨੀ, ਉਹ ਐਡੀਨੋ ਵਾਇਰਸ 5 ਦਾ ਜਿਹੜਾ ਹਿੱਸਾ ਲੈ ਕੇ
ਵੀ ਜਿਹੜੀ ਸਪਾਈਕ ਪ੍ਰੋਟੀਨ ਹੈ ਉਹਨੂੰ ਬਲੌਕ ਕਰਨ ਦੀ, ਦੂਜੇ ਵਾਇਰਸ ਦੇ ਕੁਝ ਹੋਰ ਹਿੱਸਿਆਂ ਤੋਂ ਕਰ ਰਹੇ ਆ। ਹੁਣ ਇਹ ਜਿਹੜੀਆਂ ਹੈਗੀਆਂ ਬੇਸਿਕ ਗੱਲਾਂ, ਤੁਹਾਨੂੰ ਪਤਾ ਵੀ ਹੋਏਗਾ ਵੀ ਵੀ ਆਰ ਐਟ ਵੈਰੀ ਹਾਈ ਰਿਸਕ ਕੈਨੇਡਾ ਦੇ ਵਿੱਚ, ਅਮਰੀਕਾ 'ਚ, ਵੀ ਜਿਹੜੇ ਡਾਟਾ ਚੋਰੀ ਕਰਨ ਵਾਲੇ ਆ ਉਹ ਵੀ ਇਸ ਕੰਪਨੀਆਂ ਦੇ ਉੱਤੇ ਕੰਪਿਊਟਰ ਨੂੰ ਤੋੜਨ ਵਾਸਤੇ ਮਾਹਿਰ ਜਿਹੜੇ ਹੁੰਦੇ ਆ, ਉਹ ਵੀ ਸ਼ਾਮਿਲ ਹੈਗੇ ਇਸ ਇੰਡਸਟਰੀ 'ਚ ਵੀ ਡੇਟਾ ਚੋਰੀ ਕੀਤਾ ਜਾਵੇ। ਜਦ ਇਹ ਰੇਸ ਦੇ ਵਿੱਚ ਜਿਹੜਾ ਅੱਗੇ ਆਊਗਾ ਪ੍ਰਾਈਸ ਤਾਂ ਉਹਨੂੰ ਮਿਲਣੀ ਆ। ਹੁਣ 10 ਬੰਦੇ ਦੌੜੇ ਸੀ, ਸਾਰਿਆਂ ਨੇ ਆਪਣੇ ਆਪਣੀ ਵਾਹ ਲਾਈ, 2-4 ਸਾਲ ਟ੍ਰੇਨਿੰਗ ਕੀਤੀ, ਲੇਕਿਨ ਜਿਹੜਾ ਪਹਿਲਾ ਆਇਆ ਫੋਟੋ ਉਹਦੀ ਖਿੱਚੀ ਜਾਣੀ, ਅਵਾਰਡ ਉਹਨੂੰ ਮਿਲਣਾ, ਪੋਡੀਅਮ 'ਚ ਉਹਨੇ ਖਲੋਣਾ, ਜੈ ਜੈਕਾਰ ਉਹਦੀ ਹੋਣੀ ਹੈ, ਟਾਲੀਆਂ ਉਹਨੂੰ ਵੱਜਣੀਆਂ। ਸੋ ਇਹਦੇ ਵਿੱਚ ਮਨੀ ਵੀ ਇਨਵੋਲਡ ਆ, ਇਹਦੇ ਵਿੱਚ ਬਹੁਤ ਸਾਰਾ ਪੈਸਾ ਇਨਵੋਲਡ ਹੈ, ਕਿਉਂਕਿ ਅਗਰ ਵੈਕਸੀਨ ਸਮਝੋ ਤੁਸੀਂ, ਲੈਟਸ ਸੇ ਕੈਨੇਡਾ 'ਚ $50 ਦੀ ਪੈਂਦੀ ਆ, ਤੇ 37 ਮਿਲੀਅਨ ਨੂੰ 50 ਦੇ ਨਾਲ ਜੋੜ ਲਓ ਕਿੰਨਾ ਬਣਦਾ। ਅਗਰ ਲੈਟਸ ਸੇ ਇੰਡੀਆ 'ਚ $20 ਦੀ ਪੈਂਦੀ ਆ, 1.3 ਬਿਲੀਅਨ ਨੂੰ ਜੋੜੋ ਕਿੰਨਾ ਪੈਂਦਾ। ਸੋ ਇਹਦੇ ਵਿੱਚ ਮਨੀ ਇਨਵੋਲਡ ਆ, ਔਰ ਜਿਹੜੀ ਡਰਗ ਕੰਪਨੀ ਸੇ ਆਪਣੇ ਵੱਲੋਂ ਪੈਸੇ ਇਨਵੈਸਟ ਕਰ ਰਹੀ ਆ ਤਾਂ ਕਿ ਉਹਨਾਂ ਨੂੰ ਮੋਟਾ ਇਹਦਾ ਫਾਇਦਾ ਹੋਵੇ। ਔਰ ਹਰ ਕੰਪਨੀ ਜਿਹੜੀ ਹੈਗੀ ਹੈ, ਦੇਖੋ ਇਹ ਫਾਈਜ਼ਰ ਆ, ਮਰਕ, ਇਹ ਦਵਾਈਆਂ ਵੀ ਬਣਾਉਂਦੇ ਆ, ਵੈਕਸੀਨ ਵੀ ਬਣਾਉਂਦੇ ਆ ਜਿੱਥੇ ਵੀ, ਕਿਉਂਕਿ ਹੁਣ ਜਿਹੜੀ ਦਵਾਈਆਂ ਹੈਗੀਆਂ ਉਹ ਰਾਈਟ ਨਾਓ ਇਹਨਾਂ ਨੂੰ ਪਤਾ ਵੀ ਕੋਵਿਡ ਦੇ ਉੱਤੇ ਕੰਮ ਇੰਨੀਆਂ ਕਰਨ ਵਾਲੀਆਂ ਦਵਾਈਆਂ ਨਹੀਂ ਬਣਨੀਆਂ, ਕੰਮ ਕਰਨ ਵਾਲੀ ਬਣੂਗੀ ਵੈਕਸੀਨ। ਸੋ ਸਾਰੀ ਇਹ ਜਿਹੜੀ ਦਵਾਈਆਂ ਵਾਲੀ ਕੰਪਨੀਆਂ ਹੁਣ ਵੈਕਸੀਨ ਦੇ ਵਿੱਚ ਇਨਵੈਸਟ ਕਰ ਰਹੀਆਂ ਤਾਂ ਕਿ ਉੱਥੋਂ ਮੋਟੀ ਕਮਾਈ ਕਰ ਸਕੇ। ਲੇਕਿਨ ਹੁਣ ਕੈਨਸਾਈਨੋ ਜਿਹੜੀ ਬਾਇਓਲੋਜਿਕ ਆ, ਬੀਜਿੰਗ 'ਚ ਉਹਨਾਂ ਨੇ ਹਿਊਮਨ ਟ੍ਰਾਇਲ ਸ਼ੁਰੂ ਕੀਤੇ, ਫੇਜ਼ 1 ਪੂਰਾ ਹੋ ਗਿਆ। ਉਹ ਕਹਿੰਦੇ ਵੀ ਸਾਡਾ ਡੇਟਾ ਬਹੁਤ ਵਧੀਆ, ਵੀ ਅਸੀਂ ਜਿਹਨੂੰ ਟੀਕਾ ਲਾਇਆ ਉਹਨੂੰ ਮਾੜੀ ਜੀ ਪੇਨ ਹੋਈ, ਲਾਲੀ ਹੋਈ, ਬੁਖਾਰ ਹੋਇਆ, ਕੋਈ ਜ਼ਿਆਦਾ ਕੰਪਲਿਕੇਸ਼ਨ ਨਹੀਂ ਹੋਇਆ, ਔਰ ਸਾਰਿਆਂ 'ਚ ਐਂਟੀਬੋਡੀਜ਼ ਬਣੀਆਂ। ਹੁਣ ਕੈਨੇਡੀਅਨ ਜਿਹੜੇ ਵਾਇਰੋਲੋਜਿਸਟ ਹੈਗੇ ਇੱਥੇ ਸਾਡੇ, ਜਿਹੜਾ ਹੈਗਾ ਨੈਟਵਰਕ ਹੈਗਾ ਸਾਡਾ ਕੈਨੇਡੀਅਨ ਦਾ ਨੈਸ਼ਨਲ ਰਿਸਰਚ ਨੈਟਵਰਕ, ਉਹ ਕਹਿੰਦੇ ਨਹੀਂ, ਅਸੀਂ ਆਪ ਦੀ ਵੀ ਟਰਾਇਲ ਇੱਥੇ ਕਰਨੀ ਆ, ਕਿਉਂਕਿ ਦੂਜੀ ਕੰਪਨੀਜ਼ ਦਾ ਜਿਹੜਾ ਡਾਟਾ ਚਾਈਨਾ 'ਚ ਆ ਜ਼ਰੂਰੀ ਨਹੀਂ ਹੈ, ਹੋ ਸਕਦਾ ਸਾਡੀ ਪੋਪੂਲੇਸ਼ਨ ਦਾ ਜੈਨੇਟਿਕ ਸਟਰਕਚਰ ਅਲੱਗ ਹੋਏ, ਸਾਡਾ ਖਾਣਾ ਪੀਣਾ ਅਲੱਗ ਹੋਏ। ਸੋ ਅਸੀਂ ਆਪ ਦੀ ਟਰਾਇਲ ਇੱਥੇ ਆਪ ਕਰਾਂਗੇ। ਹਾਂ, ਉਹ ਸਾਡੇ ਤੋਂ 3 ਮਹੀਨੇ ਅੱਗੇ ਹੈ ਚਾਈਨਾ, ਕਿਉਂਕਿ ਉੱਥੇ ਕੋਵਿਡ ਸ਼ੁਰੂ ਹੋਇਆ ਸੀ, ਬਟ ਨੈਚੁਰਲੀ 60% ਹਿਊਮਨ ਟਰਾਇਲ ਚਾਈਨਾ 'ਚ ਚੱਲ ਰਹੀ ਆ, ਲੇਕਿਨ 40% ਤੋਂ ਜ਼ਿਆਦਾ ਵੈਕਸੀਨ ਦੀ ਜਿਹੜੀ ਇਨਵੈਸਟਮੈਂਟ ਆ, ਵੈਕਸੀਨ ਦੀ ਖੋਜ ਆ, ਉਹ ਨਾਰਥ ਅਮਰੀਕਾ 'ਚ ਹੋ ਰਹੀ ਹੈ, ਜਿਹਦੇ ਵਿੱਚ ਕੈਨੇਡਾ ਔਰ ਅਮਰੀਕਾ ਸ਼ਾਮਿਲ ਹੈਗਾ। ਇਹ ਕੈਨਸਾਈਨੋ ਦੇ ਨਾਲ ਤੇ ਗਵਰਨਮੈਂਟ ਨੇ ਸੰਧੀ ਕੀਤੀ ਆ, ਲੇਕਿਨ ਬਹੁਤ ਸਾਰੀਆਂ ਛੋਟੀ ਕੰਪਨੀਆਂ ਇਹਦੇ ਉੱਤੇ ਅਜੇ ਰਿਸਰਚ ਕਰ ਰਹੀਆਂ। 224 ਕੰਪਨੀਆਂ ਇਹਦੇ ਉੱਤੇ ਰਿਸਰਚ ਕਰ ਰਹੀਆਂ। ਹਾਂ, ਜਿਹੜੀ ਤੁਸੀਂ ਨਾਂ ਲਿੱਤੇ ਬਹੁਤ ਵੱਡੀਆਂ ਕੰਪਨੀਆਂ ਜਿਨ੍ਹਾਂ ਕੋਲ ਬਹੁਤ ਵੱਡੀਆਂ ਲੈਬਸ ਆ, ਬਹੁਤ ਵੱਡੇ ਰਿਸੋਰਸਿਸ ਵੀ ਆ, ਲੇਕਿਨ ਇਹ ਵੈਕਸੀਨ ਸਾਰਾ ਕੁਝ ਕਰਦੇ ਟਰਾਇਲ ਕਰਦੇ 12 ਤੋਂ 18 ਮਹੀਨੇ ਆ। ਅਗਰ ਹਰ ਇੱਕ ਚੀਜ਼ ਠੀਕ ਚੱਲਦੀ ਆ, ਦੇਖੋ ਪਹਿਲੀ ਹੁੰਦੀ ਸੇਫਟੀ, ਵੀ ਇਹ ਸੇਫ ਹੈਗੀ ਕਿ ਨਹੀਂ, ਉਹ ਮੈਨੂੰ ਲੱਗਦਾ ਵੀ ਇਹ ਟਰਾਇਲ ਤੋਂ ਨਿਕਲ ਰਿਹਾ, ਮੋਡਰਨਾ ਵੀ ਨਿਕਲ ਗਿਆ ਤੇ ਕੈਨਸਾਈਨੋ ਬਾਇਓਲੋਜਿਕਸ ਵੀ ਨਿਕਲ ਗਿਆ ਵੀ ਸੇਫ ਲੱਗਦੀ ਹੈ। ਹੁਣ ਦੂਜੇ ਟਰਾਇਲ 'ਚ ਦੇਖਣਾ ਵੀ ਜਿਹੜੇ 55 ਸਾਲ ਤੋਂ ਉੱਤੇ ਆ, 55 ਸਾਲ ਤੋਂ ਥੱਲੇ ਆ, ਉਹਨਾਂ ਦੇ ਵਿੱਚ ਕੀ ਕੰਮ ਕਰਦੀ ਆ, ਕਿੰਨੀ ਐਂਟੀਬੋਡੀਜ਼ ਬਣਾਉਂਦੀ ਆ, ਉਹਦਾ ਲੈਵਲ ਕਿੰਨੇ ਤੱਕ ਰਹਿੰਦਾ। ਜਿਹੜੀ ਤੀਜੀ ਫੇਜ਼ 3 ਟਰਾਇਲ ਆਉਗੀ, ਜਿਹਦੇ ਵਿੱਚ 3 ਤੋਂ 5000 ਕੈਂਡੀਡੇਟ ਆਲ ਓਵਰ ਵਰਲਡ ਲੈ ਕੇ ਚੱਲਣੇ ਪੈਣਗੇ, ਉਹ 6 ਮਹੀਨੇ ਚੱਲੂਗੀ। ਉਹਦੇ ਬਾਅਦ ਡੇਟਾ ਆਊਗਾ, ਡੇਟਾ ਸਿੰਥੇਸਾਈਜ਼ ਹੋਗਾ, ਉਹਦੇ ਬਾਅਦ ਨਿਰਣय ਹੋਗਾ, ਉਹਦੇ ਬਾਅਦ ਹੈਲਥ ਕੈਨੇਡਾ ਮਨਜ਼ੂਰੀ ਦੇਊਗਾ, ਉਹਦੇ ਬਾਅਦ ਵੈਕਸੀਨ ਰੈਪਿਡਲੀ ਡਿਵੈਲਪ ਹੋਗਾ। इसलिए अगर आप लक्की रहिए 12 महीने तो 18 महीने, अगर अनलक्की रहिए तो वैक्सीन नहीं भी बन सकती, क्योंकि सानू ये लिए नहीं पता वैक्सीन दे जो साडे सामने लत्थे होणगे रिसर्च दे भी वो की करदी आ। जदों भी सेफ्टी का इशू होंदा, देखो जदों एक स्वाइन फ्लू शुरू होया सी 76 च अमेरिका दे विच, ते वैक्सीन तैयार करती, ਉਹਦੀ सेफ्टी प्रोफाइल नहीं देखी। ਉਸ ਤੋਂ ਬਾਅਦ ਜਦੋਂ ਵੈਕਸੀਨ ਲਾ ਦਿੱਤੀ, ਅਜੇ ਤੱਕ ਜਿਹੜੇ ਲੋਕੀ ਆ ਜਿਨ੍ਹਾਂ ਨੂੰ ਲੱਗੀ, ਕਈ ਪੀੜਿਤ, ਕਈਆਂ ਨੂੰ ਨਿਊਰੋਲੋਜੀਕਲ ਪ੍ਰੋਬਲਮ ਹੋਏ, ਕਈਆਂ ਨੂੰ ਗਿਆਂ ਬਾਰੇ ਸਿੰਡਰੋਮ ਹੁੰਦਾ, ਉਹਨਾਂ ਦੀ ਨਰਵਸ ਦੀ ਜਿਹੜੀ ਸ਼ੀਟ ਆ ਉਹ ਡੈਮੇਜ ਹੋ ਜਾਂਦੀ, ਕਈਆਂ ਦੀ ਡੈਥ ਹੋਈ। ਲਾਅ ਸੂਟ ਅਜੇ ਤੱਕ ਅਮਰੀਕਨ ਗਵਰਨਮੈਂਟ ਦੇ ਅਗੇਂਸਟ ਫਲੋਟ ਹੋ ਰਿਹਾ। ਇਸ ਲਈ ਸੇਫਟੀ ਨੰਬਰ 1 ਹੁੰਦੀ ਆ। ਸੈਕੰਡ ਹੁੰਦੀ ਆ ਵੀ ਇਹ ਐਂਟੀਬੋਡੀ ਸਹੀ ਬਣਾਉਗੀ, ਉਹਦੀ ਐਂਟੀਬੋਡੀ ਦੀ ਦਰ ਕਿੱਦਾਂ ਰਹੂਗੀ, ਕਿਉਂਕਿ ਅਗਰ ਐਂਟੀਬੋਡੀ ਬਣਾ ਕੇ 2-4 ਮਹੀਨੇ ਬਾਅਦ ਡਿੱਗ ਜਾਂਦੀ ਤਾਂ ਫਿਰ ਵੈਕਸੀਨ ਕਿੱਦਾਂ, ਕੀ ਸੈਕਿੰਡ ਡੋਜ਼ ਲਾਉਣਾ ਪਊਗਾ, ਥਰਡ ਡੋਜ਼ ਲਾਉਣਾ ਪਊਗਾ। ਕਿਉਂਕਿ ਤੁਸੀਂ ਦੇਖੋ ਪੋਲੀਓ ਦਾ 2 ਮਹੀਨੇ, 4 ਮਹੀਨੇ, 6 ਮਹੀਨੇ, 18 ਮਹੀਨੇ ਤੇ 5 ਸਾਲ 'ਚ ਟੀਕਾ ਲੱਗਦਾ ਜਾਂ ਬੂੰਦਾਂ ਦੇਣੀਆਂ ਪੈਂਦੀਆਂ, ਕੀ ਇੰਨੇ ਡੋਜ਼, ਉਹ ਸਾਰੀ ਰਿਸਰਚ ਹੋਣ ਨੂੰ ਅਜੇ ਟਾਈਮ ਲੱਗੂਗਾ। ਲੇਕਿਨ ਤੁਸੀਂ ਜਿਹੜਾ ਸਵਾਲ ਕੀਤਾ, ਬਿਲਕੁਲ ਉਹਦਾ ਸਵਾਲ ਜਵਾਬ ਦਰੁਸਤ ਹੈ। ਕੋਈ ਕਿਸੇ ਨੂੰ ਸੀਕ੍ਰੇਟ ਨਹੀਂ ਦਿੰਦਾ, ਹਰ ਇੱਕ ਆਪਣਾ ਜਿਹੜਾ ਹੈਗਾ ਮੁਜਸਮਾ ਕਰ ਰਿਹਾ, ਕਿਉਂਕਿ ਇਹਦੇ ਵਿੱਚ ਪੈਸੇ ਇਨਵੈਸਟਡ ਹੈ। ਡਾਕਟਰ ਸਾਹਿਬ, ਆਖਰੀ ਸਵਾਲ, ਅੱਜ ਜਿਹੜੀ ਅਮਰੀਕਨ ਸੈਂਸਸ ਬਿਊਰੋ ਆ ਉਹਨਾਂ ਨੇ ਇੱਕ
ਰਿਪੋਰਟ ਦਿੱਤੀ ਆ ਕਿ ਥਰਡ ਆਫ ਜਿਹੜੇ ਅਮਰੀਕਨਸ ਨੇ, ਤੀਜਾ ਹਿੱਸਾ ਅਮਰੀਕਨਸ ਦਾ, ਉਹਨਾਂ ਨੂੰ ਕਲੀਨਿਕਲ ਐਂਗਜ਼ਾਇਟੀ ਐਂਡ ਡਿਪਰੈਸ਼ਨ ਹੋਇਆ, ਮਾਨਸਿਕ ਪਰੇਸ਼ਾਨੀਆਂ ਹੋ ਰਹੀਆਂ। 100 ਦੇ ਵਿੱਚੋਂ 30 ਅਮਰੀਕਾ 'ਚ ਰਹਿਣ ਵਾਲੇ ਲੋਕਾਂ ਨੂੰ, ਲਗਭਗ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਾਲਤ ਹੋਈ ਆ। ਇਸ ਸਮੇਂ ਦੇ ਵਿੱਚ ਸਿਰਫ ਕੋਵਿਡ-19 ਦਾ ਹੀ ਡਰ ਨਹੀਂ ਵੀ ਮੈਨੂੰ ਵਾਇਰਸ ਹੋ ਜਾਊਗਾ ਕਿ ਨਹੀਂ, ਉਹਦੇ ਤੋਂ ਬਿਨਾਂ ਜਿਹੜੇ ਬਿਜ਼ਨਸ ਬੰਦ ਹੋਏ ਆ, ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉਹ ਸਾਰੇ ਚਿੰਤਾ ਦੇ ਵਿੱਚ ਨੇ। ਕੁਝ ਲੋਕ ਘਰਾਂ ਦੇ ਵਿੱਚ ਬੈਠ ਕੇ ਫਿਕਰਮੰਦ ਹੋਏ ਬੈਠੇ ਨੇ। ਇਹ ਫਿਕਰ ਤੋਂ, ਐਂਗਜ਼ਾਇਟੀ ਤੋਂ, ਡਿਪਰੈਸ਼ਨ ਤੋਂ ਕੋਈ ਸੌਖਾ ਜਿਹਾ ਤਰੀਕਾ ਹੈ ਬਚਣ ਦਾ ਜੀ, ਜਿਹੜਾ ਇੱਕ ਆਮ ਬੰਦਾ ਵੀ ਲਾਗੂ ਕਰ ਸਕੇ ਆਪਣੇ ਆਪ ਤੇ? ਤੁਸੀਂ ਸਹੀ ਜ਼ਿਕਰ ਕੀਤਾ ਜਸਕਰਨ ਜੀ। ਚਾਈਨਾ ਤੋਂ ਆ ਰਿਹਾ ਐਕਚੁਅਲੀ ਡੇਟਾ, ਚਾਈਨਾ ਤੋਂ 40% ਦੱਸ ਰਿਹਾ, ਸਾਡਾ 32% ਹੈਗਾ ਕੈਨੇਡਾ। ਅਮਰੀਕਾ ਵੀ ਤੁਸੀਂ 1/3 ਦੱਸਿਆ। 600 ਡਾਕਟਰਸ ਜਿਹੜੇ ਮਾਹਿਰ ਸੀ, ਉਹਨਾਂ ਨੇ ਡੋਨਲਡ ਟਰੰਪ ਨੂੰ ਵੀ ਲੈਟਰ ਲਿਖਿਆ ਸੀ ਵੀ ਇਹ ਜਿਹੜਾ ਹੈਗਾ, ਜਿਹੜਾ ਲੋਕਡਾਊਨ ਹੋਇਆ, ਠੀਕ ਹੈ ਕੋਵਿਡ ਤਾਂ ਇੱਕ ਇਸ਼ੂ ਸੀ, ਲੇਕਿਨ ਇਹਦਾ ਡੋਮੀਨੋ ਇਫੈਕਟ ਬਹੁਤ ਹੋਣਾ। ਇਹਦਾ ਡੋਮੀਨੋ ਇਫੈਕਟ ਇਹ ਆ ਵੀ 1.5-2 ਮਹੀਨੇ ਜਿਹੜੇ ਕੈਂਸਰ ਵਾਲਿਆਂ ਦਾ ਡਾਇਗਨੋਸਿਸ ਹੋਣਾ ਸੀ ਉਹ ਨਹੀਂ ਹੋਇਆ, ਜਿਨ੍ਹਾਂ ਦਾ ਆਰਗਨ ਟ੍ਰਾਂਸਪਲਾਂਟ ਹੋਣਾ ਸੀ ਉਹ ਨਹੀਂ ਹੋਇਆ। ਫਿਰ ਜਿਹੜੀ ਤੁਸੀਂ ਮਾਨਸਿਕ ਜਿਹੜੀ ਪਰੇਸ਼ਾਨੀਆਂ ਦੱਸੀਆਂ, ਐਂਗਜ਼ਾਇਟੀ, ਡਿਪਰੈਸ਼ਨ, ਕਈਆਂ ਦਾ ਜੌਬ ਹੈ ਪਰਮਾਨੈਂਟਲੀ ਚਲਾ ਜਾਣਾ, ਕਈਆਂ ਦਾ ਪਾਰਟ ਟਾਈਮ ਹੋ ਜਾਣਾ, ਕਈਆਂ ਨੂੰ ਜੌਬ ਨਹੀਂ ਮਿਲਦੇ, ਮੌਰਗੇजेस ਦਾ ਇਸ਼ੂ ਆ, ਰੋਟੀ ਦਾ ਇਸ਼ੂ ਆ, ਤੁਹਾਡੇ ਮਤਲਬ ਫਿਊਚਰ ਦਾ ਇਸ਼ੂ ਆ। ਅੱਜ ਇੱਕ ਕਪਲ ਆਇਆ ਸੀ, ਯੰਗ ਕਪਲ, ਉਹ ਟੋਰਾਂਟੋ ਤੋਂ ਇੱਥੇ ਮੂਵ ਹੋਏ ਸੀ, ਉਹਨਾਂ ਨੇ ਫਿਰ ਚਲੇ ਜਾਣਾ ਅਗਲੇ ਹਫਤੇ, ਕਿਉਂਕਿ ਉਹ ਕਹਿੰਦੇ ਵੀ ਉੱਥੇ ਟਰੱਕਿੰਗ 'ਚ ਉਹਨਾਂ ਨੂੰ ਜੌਬ ਜ਼ਿਆਦਾ ਅੱਛੇ ਮਿਲ ਰਹੇ ਆ। ਦੇਖੋ ਲੋਕਾਂ ਨੂੰ ਟਰਬਲ ਆ ਰਹੀ ਆ। ਹੁਣ ਜਿਹੜਾ ਇਹ ਸੌਖਾ ਤਰੀਕਾ ਨਹੀਂ ਹੈਗਾ, ਇਹਦੇ ਵਿੱਚ ਤੁਹਾਡੀ ਇਨਰ ਬਿਲਟ ਚਾਹੀਦੀ ਆ ਵੀ ਤੁਸੀਂ ਜਿੱਦਾਂ ਰੇਜ਼ ਹੋਏ ਹੋ ਫੈਮਿਲੀ 'ਚ, ਜਿੱਦਾਂ ਹੁਣ ਬਾਣੀ ਕਹਿੰਦੀ ਆ ਵੀ ਜੋ ਰਾਜ ਦੇ ਤਾਂ ਕੌਣ ਬੜਾਈ, ਜੋ ਭੀਖ ਮੰਗਾਏ ਤਾਂ ਕਿਆ ਘਟ ਜਾਏ। ਲੇਕਿਨ ਉਹ ਜਿਹੜਾ ਅਵਸਥਾ ਜਿਹੜੀ ਭਗਤਾਂ ਨੇ ਡਿਵੈਲਪ ਕੀਤੀ, ਉਹ ਭਗਤੀ ਦੇ ਨਾਲ ਹੁੰਦੀ ਆ, ਮੈਡੀਟੇਸ਼ਨ ਦੇ ਨਾਲ ਹੁੰਦੀ ਆ। ਸੋ ਇਹਦੇ ਵਿੱਚ ਫਿਰ ਮੈਂ ਕਹੂੰਗਾ ਵੀ ਆਪਾਂ ਨੂੰ ਓਪਨਲੀ ਡਿਸਕਸ ਕਰਨਾ ਚਾਹੀਦਾ। ਜਿਹੜੀ ਸਾਡੀ ਭਾਵਨਾਵਾਂ ਹੈ ਨਾ, ਉਹਨਾਂ ਨੂੰ ਦਬਾਉਣਾ ਨਹੀਂ ਚਾਹੀਦਾ। ਉਹਨਾਂ ਨੂੰ ਲਿਖੋ ਜਾਂ ਕਿਸੇ ਨਾਲ ਬਿਆਨ ਕਰੋ, ਕਾਉਂਸਲਰ ਨੂੰ ਦੇਖੋ, ਹੈਲਪਲਾਈਨ ਹੈਗੀ ਆ, ਉੱਚੇ ਕਾਲ ਕਰੋ। ਰੋਣ ਨੂੰ ਜੀ ਕਰਦਾ ਰੋ ਲਓ, ਕਿਉਂਕਿ ਜਦੋਂ ਰੋਂਦੇ ਆ ਉਦੋਂ ਜਿਹੜੇ ਬੈਡ ਕੈਮੀਕਲ ਬਣ ਰਹੇ ਤੁਹਾਨੂੰ ਐਂਗਜ਼ਾਇਟੀ ਦੇ ਰਹੇ ਆ, ਉਹ ਸਾਰੇ ਅੱਖਾਂ ਦੇ ਅਥਰੂ ਦੇ ਨਾਲ ਨਿਕਲ ਜਾਂਦੇ ਆ। ਇਹ ਤਾਂ ਮੈਂ ਵੀ ਦੱਸਣਾ ਚਾਹੁੰਦਾ, ਜਦੋਂ ਆਪਾਂ ਬਹੁਤ ਖੁਸ਼ ਹੁੰਦੇ ਆ ਨਾ, ਆਂਸੂ ਕਦੀ ਕਦੀ ਉੱਥੋਂ ਵੀ ਟਪਕਦੇ ਆ, ਉਹਦਾ ਕੈਮੀਕਲ ਕੰਪੋਜੀਸ਼ਨ ਅਲੱਗ ਹੁੰਦਾ। ਜਦੋਂ ਦੁਖੀ ਹੋ ਕੇ ਰੋਂਦੇ ਆ, ਔਰਤਾਂ ਛੇਤੀ ਨਹੀਂ ਰੋ ਪੈਂਦੀਆਂ ਤੇ ਠੀਕ ਵੀ ਛੇਤੀ ਹੋ ਜਾਂਦੀ ਆ। ਮਰਦ ਕਿਉਂਕਿ ਮਾਚੋ ਹੁੰਦਾ ਵੀ ਮੈਂ ਸਮਾਜ ਦੇ ਵਿੱਚ ਰੋਣਾ ਨਹੀਂ, ਮੈਨੂੰ ਲੋਕੀ ਕੀ ਕਹਿਣਗੇ, ਉਹਨਾਂ ਨੂੰ ਜ਼ਿਆਦਾ ਟਰਬਲ ਆਉਗੀ। ਸੋ ਰੋਣਾ ਜਿਹੜਾ ਹੈਗਾ ਐਕਚੁਅਲੀ ਇਹ ਥੈਰਾਪਿਊਟਿਕ ਆ, ਧੁੱਪ ਜਾਂਦਾ ਬ੍ਰੇਨ, ਧੁੱਪ ਜਾਂਦਾ, ਆਂਸੂ ਦੇ ਰਾਹੀਂ ਬੈਡ ਕੈਮੀਕਲ ਜਿਹੜੇ ਹੈਗੇ ਨਿਕਲ ਜਾਂਦੇ ਆ। ਸੁਸਾਈਡ ਹੈਲਪਲਾਈਨ ਆ, ਉਹ ਵੀ ਮਤਲਬ ਮੁਹੱਈਆ ਹੈਗੀ ਹੈ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ। ਲੇਕਿਨ ਬੈਸਟ ਇਹ ਆ ਵੀ ਤੁਹਾਨੂੰ ਫੈਮਿਲੀ ਸਪੋਰਟ ਚਾਹੀਦਾ। ਫੈਮਿਲੀ ਸਪੋਰਟ ਦੇ ਵਿੱਚ ਜਿੱਦਾਂ ਵੀ ਹਰ ਇੱਕ ਬੰਦਾ ਇੱਕ ਦੂਜੇ ਦੇ ਨਾਲ ਗੱਲ ਕਰੇ, ਹਾਲ ਚਾਲ ਪੁੱਛੇ, ਉਹਨੂੰ ਸਪੋਰਟ ਕਰੇ, ਹੌਸਲਾ ਦੇਵੇ। ਦੂਜਾ, ਅਗਰ ਫਿਰ ਵੀ ਤੁਹਾਡੇ ਜ਼ਿਆਦਾ ਹੋ ਰਹੇ ਲੱਛਣ, ਵੀ ਤੁਹਾਨੂੰ ਨੀਂਦ ਨਹੀਂ ਆ ਰਹੀ, ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਆ, ਬਿਲਕੁਲ ਨਹੀਂ ਲੱਗ ਰਹੀ, ਤੁਹਾਨੂੰ ਥਾਟਸ ਜਿਹੜੇ ਮਨ ਦੇ ਵਿੱਚ ਰੇਸ ਕਰ ਰਹੇ ਆ ਬਹੁਤ ਜ਼ਿਆਦਾ। ਦੇਖੋ ਜਿਹੜੇ ਥਾਟਸ ਆ ਰਹੇ ਆ ਤੁਸੀਂ ਕੁਝ ਨਹੀਂ ਕਰ ਸਕਦੇ, ਲੇਕਿਨ ਥਾਟਸ ਦੇ ਵਿੱਚੋਂ ਕਿੱਦਾਂ ਨੈਵੀਗੇਟ ਕਰਨਾ ਆਪਣੇ ਆਪ ਨੂੰ, ਇਹ ਕਲਾ ਹੁੰਦੀ ਆ। ਥਾਟਸ ਕਿੱਦਾਂ ਬੰਦ ਕਰ ਲੋਗੇ, ਜਿਹੜੇ ਵਿਚਾਰ ਆ ਉਹ ਤੇ ਹੋਣੇ ਆ ਹਨਾ, ਲੇਕਿਨ ਉਹਦੇ ਵਿੱਚੋਂ ਆਪਾਂ ਚੱਲਣਾ ਕਿੱਦਾਂ, ਇਹ ਤੁਹਾਨੂੰ ਇੱਕ ਜਾਂਚ ਹੁੰਦੀ ਆ। ਇਹਦੇ ਵਿੱਚ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਵੀ ਜਿੱਦਾਂ ਸਮਝੋ ਤੁਸੀਂ ਇੱਕ ਜੰਗਲ 'ਚ ਚਲੇ ਗਏ, ਉੱਥੇ ਅਰਬੀ ਘੋੜੇ ਆ, ਉਹ ਦੌੜਨ ਦੇ ਆ, ਔਰ ਕਦੀ ਵੀ ਉਹਨਾਂ ਦੇ ਨਾਲ ਕਿਸੇ ਦਾ ਵਾਹ ਨਹੀਂ ਪਿਆ। ਇਹ ਮਨ ਦੀ ਗੱਲ ਮੈਂ ਕਹਿ ਰਿਹਾ। ਤੁਸੀਂ ਬੜੀ ਮੁਸ਼ਕਿਲ ਦੇ ਨਾਲ ਇੱਕ ਘੋੜਾ ਫੜ ਲਿਆ, ਉਸੇ ਸਮੇਂ ਤੁਸੀਂ ਉਹ ਘੋੜੇ ਨੂੰ ਰਾਈਡ ਨਹੀਂ ਕਰ ਸਕਦੇ, ਕਿਉਂਕਿ ਘੋੜਾ ਆਦੀ ਨਹੀਂ, ਉਹਨੇ ਸੁੱਟ ਦੇਣਾ ਤੁਹਾਨੂੰ। ਸੋ ਪਹਿਲਾ ਹੈਗਾ ਉਹਨੂੰ ਟੇਮ ਕਰਨਾ। ਸੋ ਉਹਦੇ ਮਨ ਨੂੰ ਪਹਿਲਾਂ ਟੇਮ ਕਰਨਾ ਹੁੰਦਾ, ਫਿਰ ਉਹਨੂੰ ਟ੍ਰੇਨ ਕਰਨਾ, ਉਹਦੇ ਮਨ ਨੂੰ ਟ੍ਰੇਨ ਕਰਨਾ। ਸੋ ਟੇਮਿੰਗ ਔਰ ਟ੍ਰੇਨਿੰਗ ਜਿਹੜੀ ਹੈਗੀ ਬਹੁਤ ਇੰਪੋਰਟੈਂਟ ਹੈ। ਫਿਰ ਉਹੀ ਘੋੜਾ ਤੁਹਾਨੂੰ ਓਲੰਪਿਕ ਮੈਡਲ ਜਿੱਤ ਕਰਕੇ ਦੇ ਸਕਦਾ। ਇਸ ਲਈ ਆਪਾਂ ਦੇਖੋ ਸਾਰੇ ਕਹਿ ਦਿੰਦੇ ਮਨ ਜੀਤੇ ਜਗਜੀਤ, ਲੇਕਿਨ ਇਹਦੇ ਪਿੱਛੇ ਜਿਹੜੀ ਹੈਗੀ ਹੈ ਨਾ ਭਗਤੀ, ਟ੍ਰੇਨਿੰਗ, ਮੈਡੀਟੇਸ਼ਨ ਔਰ ਡੇਲੀ ਜਿਹੜੀ ਹੈਗੀ ਆ ਰੂਟੀਨ ਸ਼ਾਮਿਲ ਹੈਗੀ ਆ। ਦੂਜੀ ਗੱਲ ਹੈਗੀ ਆ ਵੀ ਫੈਮਿਲੀ ਡਾਕਟਰ ਨਾਲ ਗੱਲ ਕਰੋ। ਅਗਰ ਕਈ ਪੇਸ਼ੈਂਟ ਹੈਗੇ ਜਿਹੜੇ ਬਾਰਡਰ ਲਾਈਨ ਸੀ, ਵੀ ਜਿਨ੍ਹਾਂ ਨੂੰ ਐਂਗਜ਼ਾਇਟੀ ਡਿਪਰੈਸ਼ਨ ਹੋਣਾ ਸੀ, ਉਹ ਜ਼ਿਆਦਾ ਹੋ ਗਿਆ ਹੁਣ, ਔਰ ਕਈ ਜਿਹੜੇ ਐਂਗਜ਼ਾਇਟੀ ਡਿਪਰੈਸ਼ਨ ਵਾਲੇ ਉਹਨਾਂ ਦਾ ਵੱਧ ਜਾਊਗਾ। ਸੋ ਉਹਨਾਂ ਨੂੰ ਬਕਾਇਦਾ ਆਪਣੇ ਸਪੈਸ਼ਲਿਸਟ ਨੂੰ ਮਿਲਣਾ ਚਾਹੀਦਾ, ਦਵਾਈ ਲੈਣੀ ਚਾਹੀਦੀ ਆ, ਕਿਉਂਕਿ ਦਵਾਈ ਦੇ ਨਾਲ ਜਿਹੜਾ ਹੈਗਾ ਤੁਹਾਡੇ ਰੋਗ ਕੱਟੇ ਜਾ ਸਕਦੇ ਆ, ਤੁਹਾਡਾ ਐਂਗਜ਼ਾਇਟੀ ਔਰ ਡਿਪਰੈਸ਼ਨ ਠੀਕ ਹੋ ਸਕਦਾ। ਉਹ ਡਾਕਟਰ ਡਿਸਾਈਡ ਕਰੂਗਾ। ਦੂਜਾ, ਜਦੋਂ ਤੁਸੀਂ ਦੁਬਾਰਾ ਜੌਬ 'ਚ ਜਾਓਗੇ, ਫਿਰ ਤੁਹਾਡਾ ਰੂਟੀਨ ਆਊਗਾ, ਤੁਹਾਡਾ ਮਾਹੌਲ ਠੀਕ ਹੋਗਾ। ਹੌਲੀ ਹੌਲੀ ਜਿਹੜੇ ਹੈਗੇ ਆ, ਦੇਖੋ ਪਤਝੜ ਤੋਂ ਬਾਅਦ ਹਮੇਸ਼ਾ ਬਸੰਤ ਆਉਂਦਾ। ਬਸੰਤ ਰੁੱਤ ਦੇ ਵਿੱਚ ਜਿਹੜੇ ਨਵੇਂ ਨਵੇਂ ਪੱਤੇ ਹੁੰਦੇ ਆ, ਫੁੱਲ ਖਿਲਦੇ ਆ,
ਹੋ ਹਰਿਆ ਭਾਈ ਹਰ ਕਾ ਨਾਮ ਤੇ ਆਏ ਕੇ। ਸੋ ਮੈਂ ਕਾਫੀ ਸਪਿਰਿਚੁਅਲ ਜਿਹੜਾ ਹੈਗਾ ਕਨਸੈਪਟ ਉਹਦੇ ਉੱਤੇ ਵੀ ਜ਼ੋਰ ਦਿੰਦਾ, ਕਿਉਂਕਿ ਜਿੱਥੇ ਸਰੀਰ ਹੈ ਮਨ ਹੈ ਉੱਥੇ ਆਤਮਾ ਹੈ, ਔਰ ਤਿੰਨਾਂ ਦਾ ਆਪਾਂ ਬੈਲੈਂਸ ਰੱਖਣਾ। ਔਰ ਇਹਦੀ ਸਿੱਖਿਆ ਦੇਖੋ, ਅੱਜ ਹੀ ਟੌਪਿਕ ਇਹ ਛਿੜਨਾ ਸੀ ਜੀ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀ। ਸ਼ਹੀਦੀ ਪੁਰਬ ਹੈਗਾ। ਮਹਾਰਾਜ ਜੀ। ਨੇ ਤੱਤੀ ਤਵੀ 'ਚ 5 ਦਿਨ ਦਾ ਉਹ ਪੂਰਾ ਸਾਖਾ ਮੈਂ ਦੱਸਣਾ ਨਹੀਂ ਆ, ਲੇਕਿਨ ਤੱਤੀ ਤਵੀ ਤੇ ਸ਼ਾਂਤੀ ਦੇ ਨਾਲ ਬੈਠੇ, ਸਿਰ 'ਚ ਤੱਤੀ ਤੱਤੀ ਰੇਤ ਪੈ ਰਹੀ ਆ, ਤੇ ਤਾਂ ਵੀ ਕਹਿ ਰਹੇ ਮੀਠਾ ਲੱਗੇ ਤੇਰਾ ਭਾਣਾ, ਵੀ ਤੇਰਾ ਭਾਣਾ ਮੈਨੂੰ ਮਿੱਠਾ ਲੱਗ ਰਿਹਾ। ਉੱਥੇ ਸਾਈਂ ਮੀਆਂ ਮੀਰ ਜੀ ਜਿਹੜੇ ਹੈਗੇ ਔਖੇ, ਉਹ ਕਹਿੰਦੇ ਵੀ ਮੈਨੂੰ ਤੂੰ ਹੁਕਮ ਕਰ, ਇੱਕ ਇਸ਼ਾਰਾ ਕਰ ਦੇ ਤੇ ਮੈਂ ਸਾਰਾ ਕੁਝ ਜਿਹੜਾ ਹੈਗਾ ਵਿਨਾਸ਼ ਕਰ ਦੂੰਗਾ, ਲਾਹੌਰ ਔਰ ਦਿੱਲੀ ਦਾ ਤੱਕ। ਮਹਾਰਾਜ ਕਹਿੰਦੇ ਨਹੀਂ। ਸੋ ਇਹਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਣਾ ਚਾਹੀਦਾ, ਔਰ ਅਸੀਂ ਬਾਣੀ ਦਾ ਸਹਾਰਾ ਲਈਏ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਬਟ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਨੇ ਤੁਹਾਡੀ ਬਾਂਹ ਫੜਨੀ ਹੈ, ਗੁਰੂ ਨੇ ਤੁਹਾਨੂੰ ਸਹਾਰਾ ਦੇਣਾ, ਤੁਹਾਡੇ ਅੰਦਰ ਹੀ ਹੈ ਸਾਰਾ ਕੁਝ। ਔਰ ਇਹ ਔਖਾ ਸਮਾਂ ਜਿਹੜਾ ਲੰਘ ਚੱਲਿਆ, ਹੁਣ ਥੋੜਾ ਹੀ ਸਮਾਂ ਰਹਿ ਗਿਆ, ਅਸੀਂ ਫੇਜ਼ 3 'ਚ ਆਉਣ ਵਾਲੇ ਕੁਝ ਹਫ਼ਤਿਆਂ 'ਚ ਪਹੁੰਚ ਜਾਵਾਂਗੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਤੁਸੀਂ ਰੋਜ਼ਾਨਾ ਸਾਡੇ ਲਈ ਸਮਾਂ ਕੱਢਦੇ ਹੋ, ਸਾਨੂੰ ਬਹੁਤ ਸਾਰੀ ਜਾਣਕਾਰੀ ਦਿੰਦੇ ਹੋ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ। ਰੋਜ਼ਾਨਾ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਔਰ ਸਾਨੂੰ ਇਹੋ ਜਿਹੇ ਔਖੇ ਹਾਲਾਤ ਦੇ ਵਿੱਚ ਜਦੋਂ ਡਾਕਟਰਸ ਤੱਕ ਪਹੁੰਚਣਾ ਬਹੁਤ ਔਖਾ ਹੋਇਆ ਪਿਆ, ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਪੰਜਾਬੀ ਸਾਨੂੰ ਦੇਖ ਰਿਹਾ, ਔਰ ਸਾਰਿਆਂ ਦੀ ਸਮੱਸਿਆ ਸਾਂਝੀ ਹੈ ਕੋਵਿਡ-19, ਉਹਦੇ ਉੱਤੇ ਡਾਕਟਰ ਸਾਹਿਬ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਔਰ ਸਰਲ ਸ਼ਬਦਾਂ ਦੇ ਵਿੱਚ ਸਾਨੂੰ ਜਾਣਕਾਰੀ ਦਿੰਦੇ ਨੇ। ਇੱਕ ਵਾਰੀ ਡਾਕਟਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ, ਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।